ਵਾਹਿਗੁਰੂ ਜੀ। ਨਾਮੇ ਰਾਤੇ ਹਉ ਮੈਂ ਜਾਏ, ਨਾਮ ਰਤੇ ਸਚ ਰਹੇ ਸਮਾਏ। ਨਾਮੇ ਰਾਤੇ ਹਉ ਮੈਂ ਜਾਏ, ਨਾਮ ਰਤੇ ਸਚ ਰਹੇ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, 31ਵੀਂ ਪੌੜੀ ਦੇ ਵਿੱਚ ਅਤੇ ਉਸ ਤੋਂ ਪਿੱਛੇ 30ਵੀਂ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ 3-4 ਦੇ ਕਰੀਬ ਪੌੜੀਆਂ ਜੋ ਉਚਾਰਨ ਕੀਤੀਆਂ ਹਨ। ਗੁਰਮੁਖ ਕੌਣ ਹੈ? ਜੋ ਸਤਿਗੁਰੂ ਜੀ ਦੀ ਆਗਿਆ ਦਾ ਪਾਲਣ ਕਰਦਾ ਹੈ, ਸਤਿਗੁਰੂ ਦੇ ਅਨੁਸਾਰ ਹੀ ਹੋ ਕੇ ਸਨਮੁਖ ਰਹਿ ਕੇ ਕਾਰਜ ਕਰਦਾ ਹੈ। ਕਿਉਂਕਿ ਜਿਨ੍ਹਾਂ ਮਨੁੱਖਾਂ ਨੇ ਨਾਮ ਜਪਿਆ, ਪਰਮੇਸ਼ਰ ਦੀ ਭਗਤੀ ਕੀਤੀ ਹੈ, ਉਹ ਗੁਰਮੁਖ ਬਣ ਗਏ। ਉਹਨਾਂ ਦੇ ਅੰਦਰ ਆਤਮਿਕ ਸ਼ਕਤੀ ਜਿਹੜੀ ਸੀ, ਸ਼ਾਂਤੀ ਸੀ, ਉਹ ਪੈਦਾ ਹੋਈ ਹੈ, ਜਿਸ ਨੇ ਦੈਂਤਾਂ ਤੇ ਦੇਵਤਿਆਂ ਦੇ ਯੁੱਧ ਵਿੱਚ ਕ੍ਰਾਂਤੀ ਲਿਆਂਦੀ। ਪਾਪੀਆਂ ਨੂੰ ਦੰਡ ਦਿੱਤਾ, ਧਰਮੀਆਂ ਦਾ ਜੈਕਾਰ ਕਰਾਇਆ ਅਤੇ ਉੱਚੇ ਆਚਰਨ ਦੀ ਉਸਾਰੀ ਵਿੱਚ ਲੋੜੀਂਦਾ ਯੋਗਦਾਨ ਪਾਇਆ। ਮਨ ਵਿੱਚੋਂ ਮੋਹ, ਮਾਇਆ ਤੇ ਮਮਤਾ ਨੂੰ ਕੱਢ ਦਿੱਤਾ ਹੈ। ਆਤਮਿਕ ਉੱਚਤਾ ਨਾਲ ਜਿਹੜੀ ਅਵਸਥਾ ਜੀਵ ਦੀ ਬਣਦੀ ਹੈ, ਜਿਵੇਂ ਭਗਤ ਪ੍ਰਹਿਲਾਦ ਜੀ ਬਾਰੇ ਜ਼ਿਕਰ ਕੀਤਾ ਹੈ ਕਿ ਨਿਰਭਉ ਬਾਲਕ ਮੂਲ ਨਾ ਡਰੇ। ਕਿਉਂ? ਕਿਉਂਕਿ ਮੇਰਾ ਅੰਤਰ ਗੁਰ ਗੋਪਾਲਾ। ਇਹ ਭਾਵਨਾ ਵਾਲੀਆਂ ਸ਼ਖਸੀਅਤਾਂ ਉਭਾਰੀਆਂ ਨੇ ਨਾਮ ਨੇ। ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਕਰੋੜਾਂ ਜੀਵਾਂ ਦਾ ਉਧਾਰ ਹੋਇਆ। ਜਿਵੇਂ ਸਮੁੰਦਰ ਤੋਂ ਪੱਥਰ ਤਰੇ, ਤਿਵੇਂ ਨਾਮ ਜਪਣ ਨਾਲ ਪੱਥਰ ਵੱਤ ਵੱਡੇ ਵੱਡੇ ਪਾਪੀ ਜੀਵ ਸੰਸਾਰ ਸਾਗਰ ਤੋਂ ਤਰ ਗਏ। ਪੱਥਰ ਤਰਨ ਵਾਲੀ ਗੱਲ ਨੂੰ ਭਗਤ ਨਾਮਦੇਵ ਜੀ ਨੇ ਜਿਵੇਂ ਬਚਨ ਕੀਤਾ ਨਾ, ਦੇਵਾ ਪਾਹਨ ਤਾਰੀਅਲੇ, ਆਰਾਮ ਕਹਿਤ ਜਨ ਕਸ ਨ ਤਰੇ। ਵੀ ਜਦੋਂ ਸੰਸਾਰ ਸਾਗਰ ਤੋਂ ਜੀਵ ਨੂੰ ਤਾਰਨਾ ਆਪਾਂ ਸਮਝਦੇ ਹਾਂ ਕਿਸ ਤਰ੍ਹਾਂ ਹੋਵੇਗਾ। ਰਾਮਚੰਦਰ ਜੀ ਨੇ ਪੱਥਰ ਦੇ ਉੱਤੇ ਰਾਮ ਅੱਖਰ ਲਿਖਿਆ ਤਾਂ ਪੱਥਰ ਡੁੱਬਿਆ ਨਾ। ਸੋ ਭਗਤ ਨਾਮਦੇਵ ਜੀ ਨੇ ਹੁਣ ਗੁਰੂ ਨਾਨਕ ਦੇਵ ਜੀ ਦੀ ਉਦਾਹਰਨ ਤਾਂ ਨਹੀਂ ਸੀ ਦੇਣੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਬਾਅਦ ਚ ਹੋਇਆ। ਗੁਰਬਾਣੀ ਅੰਦਰ ਜਾਂ ਸਾਡੇ ਇਤਿਹਾਸ ਦੀਆਂ ਕਥਾਵਾਂ ਦੇ ਵਿੱਚ ਜੇ ਆਪਾਂ ਕਹੀਏ ਕਿ ਅੱਜ ਦਾ ਹੀ ਜ਼ਿਕਰ ਕਰੋ, ਪਿਛਲਾ ਜ਼ਿਕਰ ਨਾ ਕਰੋ ਕੋਈ, ਗੁਰੂ ਸਾਹਿਬਾਂ ਨੇ ਪ੍ਰਹਿਲਾਦ ਜੀ, ਧਰੂ ਜੀ ਅਤੇ ਹੋਰ ਵੱਡੇ ਵੱਡੇ ਜਿਹੜੇ ਭਗਤ ਹੋਏ ਨੇ, ਰੱਬ ਦੇ ਬੰਦੇ ਹੋਏ ਨੇ, ਕਿਉਂਕਿ ਸਤਿਗੁਰੂ ਦੇ ਅੰਦਰ ਕਿਸੇ ਪ੍ਰਤੀ ਵਿਤਕਰਾ ਨਹੀਂ ਹੈ। ਜੇ ਵਿਤਕਰਾ ਹੁੰਦਾ ਤਾਂ ਸਤਿਗੁਰੂ ਕੇਵਲ ਆਪਣੀ ਬਾਣੀ ਹੀ ਉਚਾਰਨ ਕਰਦੇ, ਪਈ ਅਸੀਂ ਹੋਰ ਕਿਸੇ ਦੀ ਬਾਣੀ ਨਹੀਂ ਉਚਾਰਨ ਕਰਨੀ। ਜਿਹੜੇ ਭਗਤ ਧੁਰਾਂ ਵਿੱਚ ਜਾ ਮਿਲੇ, ਧੁਰ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ, ਨਾਮ ਦਿਓ ਬਸੈ ਹਰ ਜੀਉ ਸੰਗ। ਐਸੇ ਜਿਹੜੇ ਜੀਵ ਸਨ ਜਿਹੜੇ ਭਗਤੀ ਕਰਕੇ ਫਿਰ ਪਰਮਾਤਮਾ ਵਿੱਚ ਲੀਨ ਹੋ ਗਏ, ਸਤਿਗੁਰੂ ਜੀ ਨੇ ਉਹਨਾਂ ਨੂੰ ਸਭਨਾਂ ਨੂੰ ਸਿਰੋਂ ਪਾਉ ਦੀ ਦਾਤ ਬਖਸ਼ਿਸ਼ ਕੀਤੀ ਹੈ। ਮਹਾਰਾਜ ਦਾ ਭਗਤਾਂ ਦੀ ਬਾਣੀ ਉਚਾਰਨੀ, ਭੱਟਾਂ ਦੀ ਬਾਣੀ ਵਿੱਚ ਪਾਉਣੀ, ਗੁਰਸਿੱਖਾਂ ਦੀ ਬਾਣੀ ਲਿਖਣੀ, ਇਹ ਦੱਸਦਾ ਕਿ ਸਤਿਗੁਰੂ ਦੇ ਮਨ ਦੇ ਵਿੱਚ ਇਹ ਨਹੀਂ ਕਿ ਮੈਂ ਹੀ ਆਪਣਾ ਨਾਮ ਉਭਾਰਾਂ, ਨਹੀਂ। ਵਾਹਿਗੁਰੂ ਜੀ ਤਾਂ ਆਪਣੇ ਭਗਤਾਂ ਦਾ ਨਾਮ ਉੱਚਾ ਕਰਦੇ ਨੇ, ਵਾਹਿਗੁਰੂ ਸਾਨੂੰ ਵਡਿਆਈਆਂ ਦਿੰਦੇ ਨੇ। ਕਿਉਂਕਿ ਭਗਤਾਂ ਤੇ ਸੰਸਾਰੀਆਂ ਦੀ ਵਿਚਾਰਧਾਰਾ ਦਾ ਆਪਸ ਵਿੱਚ ਕਦੇ ਸੁਮੇਲ ਨਹੀਂ ਹੋਇਆ। ਗੁਰਮੁਖਾਂ ਵਿੱਚ ਸੇਵਾ, ਸਿਮਰਨ ਤੇ ਤਿਆਗ ਵਰਗੇ ਸ਼ੁਭ ਗੁਣ ਹੁੰਦੇ ਨੇ, ਜਿਨ੍ਹਾਂ ਦਾ ਸਦਕਾ ਉਹ ਪਰਉਪਕਾਰੀ ਹੁੰਦੇ ਹੋਏ ਕਾਮੀ, ਕ੍ਰੋਧੀ, ਹੰਕਾਰੀ ਬਿਰਤੀਆਂ ਦਾ ਦਮਨ ਕਰਕੇ ਜੀਵਨ ਖੇਤਰ ਵਿੱਚ ਵਿਜੇ ਪ੍ਰਾਪਤ ਕਰਦੇ ਨੇ। ਨਾਮ ਵਿੱਚ ਰਤੇ ਹੋਏ ਗੁਰਮੁਖ ਸੰਸਾਰ ਵਿੱਚ ਵਿਚਰਦੇ ਹੋਏ ਚੇਤਨ ਰਹਿੰਦੇ ਨੇ। ਉਹ ਸਹਿਜ ਸਮਾਧੀ ਦੁਆਰਾ ਵਾਹਿਗੁਰੂ ਵਿੱਚ ਸਮਾਏ ਰਹਿੰਦੇ ਨੇ ਤੇ ਖੋਟੇ ਖਰੇ ਦੀ ਪਛਾਣ ਰੱਖਦੇ ਨੇ। ਤਨ ਨੂੰ ਹੱਟੀ ਬਣਾ ਕੇ, ਮਨ ਨੂੰ ਵਣਜਾਰਾ ਬਣਾ ਕੇ ਸੱਚੇ ਨਾਮ ਦਾ ਵਿਆਪਾਰ ਕਰਦੇ ਨੇ। ਨਾਮ ਜਪਣ ਵਿੱਚ ਇਤਨੀ ਸ਼ਕਤੀ ਹੈ ਕਿ ਗੁਰਮੁਖ ਜੀ ਉਹਨਾਂ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਮੰਨੈ ਸੁਰਤ ਹੋਵੈ, ਮਾਨੈ ਬੁੱਧ,
ਮੰਨੈ ਸਗਲ ਭਵਨ ਕੀ ਸੁਧ ਹੈ। ਆਓ ਸਤਿਗੁਰੂ ਮਹਾਰਾਜ ਜੀ ਨਾਮ ਦੀ ਮਹਿਮਾ ਕਰਦੇ ਨੇ ਕਿ ਨਾਮ ਹੀ ਵੱਡਾ ਹੈ। ਨਾਮੇ ਰਾਤੇ ਹਉ ਮੈਂ ਜਾਏ। ਜਿਹੜੇ ਗੁਰਮੁਖ ਜੀਉੜੇ ਨਾਮ ਵਿੱਚ ਰੱਤੇ ਹੋਏ ਨੇ ਉਹਨਾਂ ਦੀ ਹਉਮੈ ਸੁਭਾਵਕ ਹੀ ਦੂਰ ਹੋ ਜਾਂਦੀ ਹੈ। ਜਿਵੇਂ ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ। ਕਹਿੰਦੇ ਕੋਈ ਵੱਡਾ ਸਾਰਾ ਭਾਂਡਾ ਮੈਲੇ ਪਾਣੀ ਦਾ ਭਰਿਆ ਹੋਇਆ, ਜਿਹਨੂੰ ਡੋਲਣ ਨੂੰ ਬੰਦਾ ਸਮਰੱਥ ਨਾ ਹੋਵੇ ਇਕੱਲਾ, ਪਰ ਉਹਨੇ ਕੀ ਕੀਤਾ, ਉਹਦੇ ਉੱਪਰ ਜਿਹੜੀ ਪਾਣੀ ਵਾਲੀ ਟੂਟੀ ਲੱਗੀ ਹੋਈ ਸੀ ਉਹ ਖੋਲ ਦਿੱਤੀ। ਉਸ ਗੰਦੇ ਪਾਣੀ ਵਿੱਚੋਂ ਸਵੱਛ ਜਲ ਪੈਂਦਾ ਰਿਹਾ 2 ਘੰਟੇ ਉਹਦੇ ਉੱਤੇ ਟੂਟੀ ਚੱਲਦੀ ਰਹੀ ਤੇ ਉਹ ਜਿਹੜਾ ਗੰਦਾ ਪਾਣੀ ਸੀ ਆਪਣੇ ਆਪ ਹੀ ਬਾਹਰ ਚਲਿਆ ਗਿਆ ਅਤੇ ਉਹ ਜਿਹੜਾ ਅੰਦਰ ਪਾਣੀ ਸੀ ਬਿਲਕੁਲ ਸਾਫ਼ ਹੋ ਗਿਆ, ਸੁਥਰਾ ਬਣ ਗਿਆ, ਪਾਣੀ ਸਵੱਛ ਹੋ ਗਿਆ। ਸੋ ਇਸੇ ਤਰ੍ਹਾਂ ਹੀ ਆਪਾਂ ਜੇ ਕਹੀਏ ਕਿ ਮੈਂ ਪਕੜ ਕੇ ਹਉਮੈ ਨੂੰ ਬਾਹਰ ਆਪ ਕੱਢ ਦਿਆਂਗਾ, ਕਾਮ ਕ੍ਰੋਧ ਨੂੰ ਬਾਹਰ ਕੱਢ ਦਿਆਂਗਾ, ਇਹ ਨਹੀਂ ਜਾਂਦਾ। ਸੌਖਾ ਤਰੀਕਾ ਹੈ ਇੱਕ ਸਾਹਾ ਤੁਧ ਧਿਆਨ ਦਾ, ਵਾਹਿਗੁਰੂ 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 ਦਾ ਰਟਨ ਰਾਤ ਦਿਨ ਚੱਲਦਾ ਰਵੇ। ਕਦੇ ਕੰਮਾਂ ਕਾਰਾਂ ਵਿੱਚ ਵੀ ਹੋਈਏ ਤਾਂ ਧਿਆਨ ਵਾਹਿਗੁਰੂ ਵਿੱਚ ਰੱਖੀਏ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਸੋ ਇਸ ਕਰਕੇ ਆਓ ਸਤਿਗੁਰੂ ਫਰਮਾਉਂਦੇ ਨੇ ਕਿ ਨਾਮ ਦੇ ਨਾਲ ਸੁਤੇ ਸਿੱਧੀ ਹਉਮੈ ਚਲੀ ਜਾਂਦੀ ਹੈ। ਨਾਮ ਰਤੇ ਸੱਚ ਰਹੇ ਸਮਾਏ। ਜਿਹੜੇ ਨਾਮ ਵਿੱਚ ਰੱਤੇ ਹੋਏ ਨੇ ਰੱਬ ਦੇ ਪਿਆਰੇ, ਉਹ ਸੱਚ ਪਰਮੇਸ਼ਰ ਵਿੱਚ ਹਮੇਸ਼ਾ ਸਮਾਏ ਰਹਿੰਦੇ ਨੇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰਮੁਖ ਨਾਦੰ ਤੋਂ ਭਾਵ ਕੀਰਤਨ ਕਰਦੇ ਨੇ, ਗੁਰਮੁਖ ਵੇਦੰ ਹੁੰਦਾ ਗਿਆਨ ਦੀ ਕਥਾ ਕਰਦੇ ਨੇ, ਗੁਰਮੁਖ ਰਹਿਆ ਸਮਾਈ ਅਤੇ ਬਾਅਦ ਵਿੱਚ ਪਰਮਾਤਮਾ ਵਿੱਚ ਸਮਾਏ ਰਹਿੰਦੇ ਨੇ, ਉਹਦੇ ਵਿੱਚ ਲੀਨ ਰਹਿੰਦੇ ਨੇ, ਉਹਦਾ ਧਿਆਨ ਰੱਖਦੇ ਨੇ। ਨਾਮ ਰਤੇ ਜੋਗ ਜੁਗਤ ਵਿਚਾਰ। ਜੋ ਨਾਮ ਵਿੱਚ ਰੱਤੇ ਹਨ ਉਹਨਾਂ ਨੂੰ ਜੋਗ ਦੀ ਜੁਗਤੀ ਦਾ ਤੱਤ ਵਿਚਾਰ ਹੁੰਦਾ ਪ੍ਰਾਪਤ। ਸੁਣਿਆ ਜੋਗ ਜੁਗਤ ਤਾਨ ਭੇਦ। ਜੋਗੀ ਲੋਕ ਬੜਾ ਸਮਾਂ ਪੁੱਠੇ ਲਟਕ ਕੇ ਪਾਣੀ 'ਚ ਖੜ ਕੇ ਪਤਾ ਨਹੀਂ ਕਿੰਨੀਆਂ ਸਮਾਧੀਆਂ ਲਾ ਕੇ ਲੰਬੀਆਂ ਉਮਰਾਂ ਕਰਕੇ ਵੀ ਉਸ ਅਵਸਥਾ ਤੱਕ ਨਹੀਂ ਜਾ ਸਕਦੇ ਜਿੱਥੇ ਤੱਕ ਗੁਰਸਿੱਖ ਥੋੜੇ ਸਮੇਂ ਵਿੱਚ ਹੀ ਪਹੁੰਚ ਜਾਂਦੇ ਨੇ। ਨਾਮ ਹੈ ਨਾ, ਮਹਾਰਾਜ ਨੇ ਜਿਵੇਂ ਬਚਨ ਕੀਤਾ ਸੀ ਕਿ ਜੋਗੀਆਂ ਦਾ ਜਿਹੜਾ ਰਸਤਾ ਹੈ ਉਹ ਚੀਂਟੀ ਮਾਰਗ, ਜਿਵੇਂ ਇੱਕ ਕੀੜੀ ਹੈ ਇੱਕ ਉੱਚੇ ਸਾਰੇ ਦਰਖਤ ਦੇ ਉੱਤੇ ਚੜ੍ਹਨ ਲੱਗਿਆਂ ਬਹੁਤ ਸਮਾਂ ਲੱਗਦਾ, ਹੌਲੀ 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 ਤੁਰ ਕੇ ਜਾਂਦੀ ਹੈ। ਪਰ ਜਿਹੜਾ ਗੁਰੂ ਕਾ ਮਾਰਗ ਹੈ, ਗੁਰਬਾਣੀ ਦਾ ਰਸਤਾ ਹੈ, ਇਹ ਧੁਰਕੀ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਸੱਚੇ ਦਿਲੋਂ ਸਾਫ਼ ਮਨੋਂ ਜੇ ਕਰੀਏ ਤਾਂ ਬਹੁਤ ਛੇਤੀ ਹੀ ਉੱਚੀਆਂ ਆਤਮਿਕ ਅਵਸਥਾ ਵਿੱਚ ਜੀਵ ਚਲਿਆ ਜਾਂਦਾ ਹੈ। ਜਿਵੇਂ 10ਵੇਂ ਪਾਤਸ਼ਾਹ ਕੋਲ ਨਾਰਦ ਮੁਨੀ ਨੇ ਲਿਆ ਕੇ ਖੰਭ ਭੇਟਾ ਕੀਤੇ ਸੀ, ਸੋ ਹਮਾਇਉ ਪੰਛੀ ਹੈ। ਜਦੋਂ ਖੰਭ ਭੇਟਾ ਕੀਤੇ ਨਾਰਦ ਮੁਨੀ ਕਹਿਣ ਲੱਗੇ ਮਹਾਰਾਜ ਜੀ ਇਹ ਪਕੜ ਕੇ ਰੱਖਣੇ ਪੈਂਦੇ ਨੇ, 5 ਖੰਭ ਨੇ, ਕਿਉਂਕਿ ਜੇ ਛੱਡ ਦਿਆਂਗੇ ਉੱਡ ਕੇ ਵਾਪਸ ਉਹ ਪੰਛੀ ਕੋਲ ਚਲੇ ਜਾਣਗੇ। ਸਤਿਗੁਰੂ ਜੀ ਨੇ ਤੀਰ ਬਣਾਉਣ ਵਾਲੇ ਨੂੰ ਕਿਹਾ ਭਾਈ ਉੱਥੇ ਜਿਹੜੇ ਤੀਰ ਬਣਾਉਣ ਵਾਲੇ ਮਿਸਤਰੀ ਸਨ ਵੀ ਇਹ ਖੰਭ ਤੀਰਾਂ ਦੇ ਨਾਲ ਲਾ ਦਿਓ, ਪਰ ਪਕੜ ਕੇ ਰੱਖਿਓ, ਛੱਡਿਓ ਨਾ। ਤੀਰਾਂ ਦੇ ਨਾਲ ਉਹਨਾਂ ਨੂੰ ਜੜ ਦਿੱਤਾ। ਸਤਿਗੁਰੂ ਨੇ ਤੀਰ ਆਕਾਸ਼ ਵਿੱਚ ਸ਼ਾਮ ਦੇ ਸਮੇਂ ਜਦੋਂ ਛੱਡੇ ਤਾਂ ਸਾਰੇ ਸਿੰਘ ਲੱਭਣ ਵਾਸਤੇ ਤੁਰ ਪਏ। ਪ੍ਰਸਾਦੀ ਹਾਥੀ ਵੀ ਤੀਰ ਲੱਭ ਕੇ ਲਿਆਉਂਦਾ ਸੀ। ਮਹਾਰਾਜ ਜੀ ਦਾ ਬਾਜ ਵੀ ਜਾਂਦਾ ਹੁੰਦਾ ਸੀ ਤੀਰ ਲੱਭਣ, ਪਰ ਅੱਜ ਸਾਰੇ ਖਾਲੀ ਮੁੜ ਆਏ, ਦੀਵੇ ਜਗ ਪਏ, ਰਹਿ ਰਾਸ ਦਾ ਵਕਤ ਹੋਇਆ, ਰਹਿ ਰਾਸ ਦਾ ਪਾਠ ਹੋਇਆ, ਸਾਰੇ ਸਿੰਘ ਮੁੜ ਆਏ। ਮਹਾਰਾਜ ਜੀ ਉਹ ਤੀਰ ਤਾਂ ਕਿਤੇ ਵੀ ਨਹੀਂ ਮਿਲੇ, ਕਿੱਧਰ ਚਲੇ ਗਏ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਉਹ ਜਿੱਥੋਂ ਆਏ ਸੀ ਉੱਥੇ ਹੀ ਵਾਪਸ ਚਲੇ ਗਏ, ਕਿਉਂਕਿ ਉਹ ਜਿਹੜਾ ਪੰਛੀ ਆ ਉਹ ਆਕਾਸ਼ ਵਿੱਚ ਇੰਨਾ ਜ਼ਿਆਦਾ ਉੱਪਰ ਉੱਡਦਾ ਕਿ ਤੀਰ ਉੱਥੇ ਹੀ ਚਲੇ ਜਾਂਦੇ ਨੇ। ਅਸੀਂ ਤੁਹਾਨੂੰ ਸਿੱਖਿਆ ਦੇਣੀ ਸੀ। ਇਹ ਜਿਹੜੀ ਧੁਰ ਕੀ ਬਾਣੀ ਧੁਰਾਂ ਤੋਂ ਆਈ ਹੈ, ਜਿਹੜਾ ਇਸ ਬਾਣੀ ਨਾਲ ਜੁੜ ਜਾਵੇਗਾ ਉਹ ਵੀ ਧੁਰ ਸੱਚਖੰਡ ਦੇ ਵਿੱਚ ਪਰਮਾਤਮਾ ਦੇ ਪਾਸ ਅੰਤ ਨੂੰ ਹਰ ਹਰ ਨਾਮ ਜਪੰਤਿਆਂ ਕਛ ਨਾ ਕਹਿ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ। ਅੰਤ ਨੂੰ ਵਾਹਿਗੁਰੂ ਵਿੱਚ ਜੀਵ ਲੀਨ ਹੋ ਜਾਂਦਾ ਹੈ। ਨਾਮ ਰਤੇ ਪਾਵਹਿ ਮੋਖ ਦੁਆਰ। ਜਿਹੜੇ ਨਾਮ ਰੰਗ ਵਿੱਚ ਰੰਗੇ ਗਏ ਨੇ ਉਹ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲੈਂਦੇ ਨੇ, ਬ੍ਰਹਮ ਗਿਆਨ ਉਹਨਾਂ ਨੂੰ ਹੋ ਜਾਂਦਾ ਹੈ। ਨਾਮ ਦੇ ਵਿੱਚ ਇਹ ਪਾਵਰ ਹੈ। ਨਾਮ ਜੀਵ ਨੂੰ ਬੰਧਨ ਮੁਕਤ ਕਰ ਦਿੰਦਾ ਹੈ। ਨਾਮ ਰਤੇ ਤ੍ਰਿਭਵਨ ਸੋਝੀ ਹੋਏ। ਜਿਹੜੇ ਨਾਮ ਰੰਗ ਵਿੱਚ ਰੰਗੇ ਗਏ ਨੇ
ਉਹਨਾਂ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ, ਗਿਆਨ ਹੋ ਜਾਂਦਾ, ਇੱਥੋਂ ਬੈਠੇ ਹੀ ਸਾਰਾ ਕੁਝ ਦੱਸ ਦਿੰਦੇ ਨੇ। ਲੋਕੀ ਚੰਦ ਦੇ ਉੱਤੇ ਰਾਕਟ ਭੇਜਦੇ ਨੇ, ਅਸੀਂ ਮੰਗਲ ਗ੍ਰਹਿ ਦੀ ਖੋਜ ਕਰਨੀ ਹੈ, ਪਤਾਲ ਵਿੱਚ ਜਾਂਦੇ ਨੇ, ਸਮੁੰਦਰਾਂ ਦੀ ਖੋਜ ਕਰਦੇ ਨੇ। ਪਰ ਤੁਸੀਂ ਹੈਰਾਨ ਹੋਵੋਗੇ ਕਿ ਜਿਨ੍ਹਾਂ ਨੂੰ ਤ੍ਰਿਭਵਨ ਦੀ ਸੋਝੀ ਹੈ, ਬ੍ਰਹਮ ਗਿਆਨ ਵਿੱਚ ਰੱਤੇ ਗਏ ਨੇ, ਉਹ ਇੱਥੋਂ ਬੈਠੇ ਹੀ ਸਾਰਾ ਕੁਝ ਦੱਸ ਦਿੰਦੇ ਨੇ, ਸੱਚਖੰਡ ਤੱਕ ਦੀਆਂ ਬਾਤਾਂ ਦੱਸ ਦਿੰਦੇ ਨੇ। ਪਤਾਲ ਵਿੱਚ ਕੀ ਹੋ ਰਿਹਾ ਹੈ, ਆਕਾਸ਼ ਵਿੱਚ ਕੀ ਹੋ ਰਿਹਾ ਹੈ, ਅਮਰੀਕਾ ਕੈਨੇਡਾ 'ਚ ਕੀ ਹੋ ਰਿਹਾ ਹੈ, ਫਲਾਣੇ ਥਾਂ ਕੀ ਹੋ ਰਿਹਾ ਹੈ, ਸਵਰਗ ਲੋਕ ਵਿੱਚ ਕੀ ਹੋ ਰਿਹਾ ਹੈ, ਸਭ ਕੁਝ ਦੱਸ ਦਿੰਦੇ ਨੇ ਉਹ। ਕਿਉਂਕਿ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ, ਦਿਵ ਦ੍ਰਿਸ਼ਟੀ, ਉਹ ਖੁੱਲ੍ਹ ਜਾਂਦੀ ਹੈ, ਤਿੰਨਾਂ ਭਵਨਾਂ ਦਾ ਗਿਆਤ ਹੋ ਜਾਂਦਾ ਉਹਨਾਂ ਨੂੰ। ਨਾਨਕ ਨਾਮ ਰਤੇ ਸਦਾ ਸੁਖ ਹੋਏ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਜਿਹੜੇ ਨਾਮ ਰੰਗ ਵਿੱਚ ਰੱਤੇ ਪਏ ਨੇ ਨਾ, ਰੱਤੇ ਸਹੀ ਜੇ ਮੁੱਖ ਨਾ ਮੋੜਨ ਜਿੰਨੀ ਸੰਜਾਤਾ ਸਾਈਂ। ਅਸਲ ਵਿੱਚ ਰੱਤੇ ਹੋਏ ਜਿਹੜੇ ਮੁੱਖ ਨਹੀਂ ਮੋੜਦੇ, ਨਾਮ ਰੰਗ ਵਿੱਚ ਹੌਲੀ ਹੌਲੀ ਸਾਰੇ ਪਾਸਿਆਂ ਤੋਂ ਬਿਰਤੀ ਨੂੰ ਮੋੜ ਕੇ ਫਿਰ ਨਾਮ ਵਿੱਚ ਜੋੜਨਾ ਪੈਂਦਾ। ਕਹਿੰਦੇ ਉਹਨਾਂ ਨੂੰ ਸਦਾ ਹੀ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਨਾਮ ਰੰਗ ਵਿੱਚ ਜਿਹੜੇ ਰੰਗੇ ਹੋਏ ਨੇ। ਜਪੀ ਜਾਓ ਜਪੀ ਜਾਓ। ਹੁਣ ਮਹਾਰਾਜ ਜੀ ਸਿੱਧ ਗੋਸ਼ਟ ਦੀ ਸ਼ਕਤੀ ਜਿਹੜੀ ਹੈ ਕਿਵੇਂ ਆਈ? ਸਿੱਧਾਂ ਨਾਲ ਸ਼ਕਤੀ ਤੋਂ ਬਿਨਾਂ ਕੋਈ ਗੱਲ ਨਹੀਂ ਕਰ ਸਕਦਾ ਸੀ, ਕਿਉਂਕਿ ਸਿੱਧ ਕਿਹੜਾ ਘੱਟ ਸੀ, ਬਹੁਤ ਤਾਕਤਾਂ ਦੇ ਮਾਲਕ ਸੀ। ਪਰ ਸਤਿਗੁਰੂ ਕਹਿੰਦੇ ਨੇ 33ਵੀਂ ਪੌੜੀ 'ਚ, ਨਾਮ ਰਤੇ ਸਿੱਧ ਗੋਸ਼ਟ ਹੋਏ। ਕਹਿੰਦੇ ਨਾਮ ਰੰਗ ਵਿੱਚ ਜਿਹੜੇ ਰੰਗੇ ਹੁੰਦੇ ਉਹਨਾਂ ਦੀ ਸੁਤੇ ਸਿੱਧ ਹੀ ਸਿੱਧ ਗੋਸ਼ਟ ਹੁੰਦੀ ਰਹਿੰਦੀ ਹੈ। ਕਿਉਂਕਿ ਨਾਮ ਜਪਣ ਵਾਲੇ ਨੂੰ ਇਤਨਾ ਜ਼ਿਆਦਾ ਗਿਆਨ ਹੋ ਜਾਂਦਾ, ਇੰਨਾ ਗਿਆਨ ਕਿਸੇ ਨੂੰ ਵੀ ਨਹੀਂ ਹੁੰਦਾ। ਕਿਉਂਕਿ ਆਮ ਸੰਸਾਰੀ ਜੀਵਾਂ ਨੂੰ ਬੁੱਧੀ ਤੱਕ ਗਿਆਨ ਹੁੰਦਾ ਹੈ, ਪਰ ਰੱਬ ਦੇ ਪਿਆਰਿਆਂ ਨੂੰ ਵਿਵੇਕ ਬੁੱਧੀ ਪ੍ਰਾਪਤ ਹੋ ਜਾਂਦੀ, ਆਤਮਿਕ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਲਈ ਸੰਸਾਰ ਦੇ ਜਿਤਨੇ ਵੀ ਪ੍ਰਸ਼ਨ ਨੇ ਛੋਟੇ ਛੋਟੇ ਨੇ, ਕੋਈ ਖਾਸ ਗੱਲ ਨਹੀਂ। ਨਾਮ ਰਤੇ ਸਦਾ ਤਪ ਹੋਏ। ਤਪ ਕਰਨ ਦੀ ਲੋੜ ਨਹੀਂ, ਕਿਉਂਕਿ ਪਹਿਲਿਆਂ ਯੁੱਗਾਂ ਦਾ ਧਰਮ ਹੈ ਇਹ ਤਪ ਕਰਨੇ, ਦਾਨ ਦੇਣੇ, ਜਗ ਕਰਨੇ। ਸਤਿਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ। तीनों युग तीनों ਜਿਹੜੇ कल केवल नाम आधार। जो नाम रंग ਵਿੱਚ ਰੱਤੇ ਹੋਏ ਨੇ ਨਾ, ਉਹਨਾਂ ਦਾ ਸਦਾ ਹੀ ਜਪ ਤਪ ਹੁੰਦਾ ਹੀ ਰਹਿੰਦਾ ਹੈ। ਕਿਉਂਕਿ ਲੋਕੀ ਜਪ ਤਪ ਨੂੰ ਜਿਹੜੇ ਫਿਜ਼ੀਕਲੀ ਜ਼ਿਆਦਾ ਵੱਡਾ ਮੰਨਦੇ ਕੰਮ ਨੂੰ, ਜਿਵੇਂ ਭਗਤ ਛੱਜੂ ਜੀ ਤੁਰੇ ਜਾਣ ਲਾਹੌਰ, ਮਜ਼ਦੂਰ ਬੈਠੇ ਖਾਲੀ, ਕਿਉਂਕਿ ਅੱਜ ਲੇਬਰ ਜਿਹੜੀ ਖਾਲੀ ਕਿਉਂ ਬੈਠੀ ਬਈ, ਕਹਿੰਦੇ ਅੱਜ ਬਰਸਾਤ ਹੋ ਰਹੀ ਆ, ਉਹ ਕੰਮ ਨਹੀਂ ਕਿਤੇ ਮਿਲਿਆ, ਵਿਹਲੇ ਬੈਠੇ। ਭਗਤ ਜੀ ਛਤਰੀ ਉੱਤੇ ਕੀਤੀ ਹੋਈ ਤੁਰੇ ਜਾ ਰਹੇ ਨੇ, ਚਿੱਟੇ ਕੱਪੜੇ ਪਾਏ, ਚਿੱਟੀ ਮਾਲਾ ਫੜੀ। ਜਦੋਂ ਕੋਲ ਦੀ ਲੰਘੇ ਲੇਬਰ ਦੇ ਕਹਿਣ ਲੱਗੇ ਕਿਵੇਂ ਚਿੱਟੇ ਕੱਪੜੇ ਪਾਏ, ਚਿੱਟੀ ਮਾਲਾ ਫੜੀ, ਠਕਾ ਠੱਕ ਮੌਜਾਂ ਮਾਣ ਰਿਹਾ, ਅਸੀਂ ਕੰਮ ਕਰਦੇ, ਇਹ ਵਿਹਲਾ। ਭਗਤ ਜੀ ਕਾਫੀ ਦੂਰ ਤੋਂ ਵਾਪਸ ਆ ਗਏ। ਕਿਉਂ ਵੀ ਪਿਆਰਿਓ, ਅੱਜ ਵਿਹਲੇ ਬੈਠੇ ਹੋ? ਕਹਿੰਦੇ ਕੰਮ ਨਹੀਂ ਮਿਲਿਆ ਜੀ। ਕੰਮ? ਚਲੋ ਮੇਰੇ ਘਰ ਚੱਲੋ, ਤੁਹਾਨੂੰ ਮੈਂ ਪ੍ਰਸ਼ਾਦਾ ਵੀ ਛਕਾਵਾਂਗਾ ਵਧੀਆ, ਤੇ ਕੰਮ ਵੀ ਦਿੰਦਾ। ਤੇ ਕਿੰਨੇ ਪੈਸੇ ਲੈਂਦੇ ਹੋ ਰੋਜ਼? ਕਹਿਣ ਲੱਗੇ ਜੀ ਇਤਨੇ। ਕਹਿੰਦੇ ਦੁੱਗਣੇ ਤਿੱਗਣੇ ਚੌਗਣੇ ਦੇ ਦਿਆਂਗਾ। ਚਲੋ ਘਰ ਲੈ ਗਏ। ਜਾ ਕੇ ਕਹਿੰਦੇ ਪਹਿਲਾਂ ਤਾਂ ਬਈ ਮੇਰੇ ਕੰਮ ਵਿੱਚ ਥੋੜਾ ਜਿਹਾ ਪਹਿਲਾਂ ਇਸ਼ਨਾਨ ਕਰਨਾ ਹੋਵੇਗਾ। ਇਸ਼ਨਾਨ? ਅਸੀਂ ਤੇ ਸ਼ਾਮ ਨੂੰ ਕਰਦੇ ਹਾਂ ਜੀ ਇਸ਼ਨਾਨ, ਜਦੋਂ ਮਿੱਟੀ ਨਾਲ ਲਿਬੜੇ ਹੁੰਦੇ ਆ। ਨਹੀਂ ਬਈ, ਮੇਰੇ ਕੰਮ ਵਿੱਚ ਪਹਿਲਾਂ ਇਸ਼ਨਾਨ ਕਰਨਾ। ਚਿੱਟਾ ਕੁੜਤਾ ਪਜਾਮਾ ਦੇਵਾਂਗਾ, ਚਿੱਟੀ ਮਾਲਾ ਦੇਵਾਂਗਾ, ਚਿੱਟੇ ਆਸਣ ਤੇ ਬਿਠਾਊਂਗਾ, ਤੇ ਭੋਜਨ ਬਹੁਤ ਵਧੀਆ ਖਿਲਾਊਂਗਾ, ਖੀਰ ਪੂੜੇ ਬਾਲ ਪੂੜੇ ਸਭ ਕੁਝ ਖਵਾਊਂਗਾ। ਕਰਨਾ ਕੀ ਹੈ ਜੀ? ਕਹਿੰਦੇ ਬਸ ਇਸ਼ਨਾਨ ਕਰੋ। ਚਲੋ ਕਰ ਲਓ ਬਈ। 3-4 ਜਾਣੇ ਸੀ, ਇਸ਼ਨਾਨ ਕੀਤਾ, ਚਿੱਟੇ ਕੱਪੜੇ ਪਾ ਲਏ, ਮਾਲਾ ਫੜਾਤੀਆਂ। ਕਹਿੰਦੇ ਇੱਥੇ ਬਹਿ ਕੇ ਰਾਮ ਰਾਮ ਜਪੋ। ਰਾਮ ਰਾਮ? ਕੋਈ ਕੰਮ ਨਹੀਂ ਹੈਗਾ? ਸਰੀਰਕ ਕੰਮ ਦੱਸੋ, ਇਹ ਤੇ ਔਖਾ ਜਿਹਾ ਲੱਗਦਾ। ਕਹਿੰਦੇ ਬੈਠੋ ਤਾਂ ਸਹੀ। ਬੈਠ ਗਏ। ਹੁਣ ਚੌਂਕੜੀ ਮਾਰ ਕੇ ਬੈਠਣਾ ਕਿਹੜਾ ਸੌਖਾ? ਅੱਧਾ ਘੰਟਾ ਵਿਚਾਰੇ ਬੜੇ ਤੰਗ, ਰਾਮ ਰਾਮ ਜਪੋ। ਭਗਤ ਜੀ ਅੰਦਰ ਕੇ ਚਲੇ ਗਏ। ਭਗਤਨੀ ਨੂੰ ਕਹਿੰਦੇ ਵਧੀਆ ਭੋਜਨ ਤਿਆਰ ਕਰੋ, ਅੱਜ ਇਹ ਭਗਤਾਂ ਨੇ ਪ੍ਰਸ਼ਾਦਾ ਛਕਣਾ। ਆ ਕੇ ਦੇਖਿਆ ਚਾਰੇ ਹੀ ਦੌੜ ਗਏ। ਭਗਤ ਜੀ ਨੇ ਜਾ ਮਿਲੇ ਫੇਰ ਉਹਨਾਂ ਨੂੰ, ਕਿਉਂ ਬਈ ਤੁਸੀਂ ਤਾਂ ਉਹ ਛੱਡ ਕੇ ਹੀ ਆ ਗਏ ਸਾਰਾ ਕੁਝ, ਰਾਮ ਰਾਮ ਨਹੀਂ ਜਪਿਆ। ਕਹਿੰਦੇ ਭਗਤ ਜੀ ਔਖਾ ਕੰਮ ਹੈ, ਸਰੀਰਕ ਕੰਮ ਕੋਈ ਕਰਾਓ ਤਾਂ ਅੱਛਾ ਹੈ। ਭਗਤ ਜੀ ਕਹਿਣ ਲੱਗੇ ਤੁਸੀਂ ਆਪ ਹੀ ਕਹਿੰਦੇ ਸੀ ਵੀ ਚਿੱਟੇ ਕੱਪੜੇ ਪਾਈ ਫਿਰਦਾ, ਠਕਾ ਠੱਕ ਮਾਲਾ ਫੇਰਦਾ ਹੈ, ਵਿਹਲਾ ਹੈ। ਭਗਤ ਜੀ ਕਹਿਣ ਲੱਗੇ ਜਿਹੜੀ ਨਾ ਸਰੀਰਕ ਕੰਮ ਕਰਨਾ ਹੈ ਨਾ, ਇਹ ਸੌਖਾ। 8 ਘੰਟੇ ਹਲ ਵਾਹੁਣਾ ਸੌਖਾ,
1 ਘੰਟਾ ਪਰਮਾਤਮਾ ਦਾ ਸਿਮਰਨ ਕਰਨਾ ਔਖਾ ਹੈ, ਕਿਉਂਕਿ ਜਿਹੜੀ ਅੰਤਰੀਵ ਕੰਮ ਨੇ ਨਾ ਸਰੀਰ ਦੇ ਅੰਦਰ, ਆਤਮਿਕ ਮੰਡਲ ਦੇ ਕਰਮ ਨੇ, ਇਹਨਾਂ ਤੇ ਬੰਦੇ ਦਾ ਜ਼ੋਰ ਬਹੁਤ ਲੱਗ ਜਾਂਦਾ ਹੈ। ਸਰੀਰਕ ਕੰਮ ਕਰਨੇ ਕਰਕੇ ਦਿਮਾਗ ਤਾਂ ਵਰਤਣਾ ਨਹੀਂ, ਦਿਮਾਗ ਤਾਂ ਸੁਤੇ ਸੁਦੂਨਾ ਕੀ ਰਹਿੰਦਾ ਫਿਰ। ਪਰ ਸਰੀਰਕ ਕੰਮ ਕਰਨ ਨਾਲ ਸਰੀਰ ਤਕੜਾ ਵੀ ਹੋ ਜਾਂਦਾ ਹੈ, ਸ਼ਕਤੀ ਵਾਲਾ ਵੀ ਹੋ ਜਾਂਦਾ। ਪਰ ਜਿਹੜੇ ਬੰਦਿਆਂ ਨੇ ਸਿਰਫ ਆਤਮਿਕ ਕਰਮ ਕਰਨਾ ਹੈ, ਦਿਮਾਗੀ ਕੰਮ ਕਰਨਾ ਹੈ, ਉਹ ਬੈਠ ਬੈਠ ਕੇ ਸਰੀਰ ਥੋੜ੍ਹਾ ਜਿਹਾ ਉਹਨਾਂ ਦਾ ਨਿਕੰਮਾ ਹੋ ਜਾਂਦਾ ਜੇ ਮਿਹਨਤ ਨਾ ਕਰਨ। ਇਸ ਕਰਕੇ ਸੰਸਾਰ ਜਿਹੜਾ ਹੈ, ਉਹ ਜੇ ਕੋਈ ਬੰਦਾ ਫਿਜ਼ੀਕਲੀ ਤੌਰ ਤੇ ਭੱਜ ਦੌੜ ਕਰਦਾ ਦੇਖਣਗੇ ਵੀ ਇਹ ਬੰਦਾ ਬੜੀ ਭੱਜ ਦੌੜ ਕਰਦਾ, ਬੜਾ ਕਮਾਉਂਦਾ, ਬੜਾ ਕਰਦਾ। ਜਿਹੜਾ ਕੋਈ ਪਾਠ ਪੂਜਾ ਕਰਨ ਵਾਲਾ ਬੰਦਾ ਉਹਨੂੰ ਕਹੇ ਤੇ ਭਾਈ ਜੀ ਵਿਹਲਾ ਵਿਚਾਰਾ, ਰਾਗੀ ਤਾਂ ਵਿਹਲੇ ਤੁਰੇ ਫਿਰਦੇ ਆ ਸੰਤ ਮਹਾਤਮਾ ਤਾਂ ਵਿਹਲੇ ਹੀ ਫਿਰਦੇ ਨੇ, ਇਹਨਾਂ ਨੇ ਕੋਈ ਕਰਨਾ ਥੋੜ੍ਹੀ ਆ, ਅਸੀਂ ਇਹਨਾਂ ਨੂੰ ਕਮਾ ਕੇ ਖਵਾਉਣੇ। ਪਰ ਇਹ ਗੱਲ ਨਹੀਂ ਹੈ। ਜਿਹੜੇ ਫਿਜ਼ੀਕਲੀ ਕੰਮ ਕਰਨ ਵਾਲੇ ਨੇ ਉਹਨਾਂ ਨਾਲੋਂ ਜਿਹੜੇ ਆਤਮਿਕ ਤੋਂ ਪਹਿਲਾਂ ਜਿਹੜਾ ਦਿਮਾਗੀ ਕੰਮ ਹੈ, ਅਕਾਊਂਟੈਂਟ ਬਣਨਾ, ਕੰਪਿਊਟਰ ਦਾ ਕੰਮ ਕਰਨਾ, ਬਹੁਤ ਥਕਾਵਟ ਹੁੰਦੀ ਹੈ, ਇਹਦੇ ਨਾਲ ਸਰੀਰ ਖਿੱਚਿਆ ਜਾਂਦਾ। ਉਸ ਤੋਂ ਵੀ ਉੱਪਰ ਜ਼ਿਆਦਾ ਔਖਾ ਫਿਰ ਆਤਮਿਕ ਮੰਡਲਾਂ ਦੇ ਕਰਮ ਨੂੰ ਕਰਨਾ, ਭਗਤੀ ਕਰਨੀ, ਬਹੁਤ ਥਕਾਵਟ ਹੋ ਜਾਂਦੀ, ਸਰੀਰ ਖਿੱਚਿਆ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਦੇ ਨਾਲ ਮਿਲਦਾ ਤਾਂ ਬਹੁਤ ਕੁਛ ਹੈ, ਪਰ ਇੱਕ ਵਾਰ ਸਰੀਰ ਖਿੱਚਣਾ ਪੈਂਦਾ ਹੈ। ਰਾਮ ਰਤਨ ਤੋਂ ਪਾਈ ਹੈ ਜੋ ਪਹਿਲੇ ਤਜਾ ਸਰੀਰ, ਪਹਿਲਾਂ ਸਰੀਰ ਨੂੰ ਕਾਫੀ ਕਸ਼ਟ ਦੇਣਾ ਪੈਂਦਾ। ਸਤਿਗੁਰੂ ਕਹਿੰਦੇ ਨੇ ਨਾਮ ਦੇ ਵਿੱਚ ਸੁਤੇ ਸਿੱਧੀ ਤਪ ਹੈ, ਗੁਰੂ ਘਰ ਦੀ ਸੇਵਾ ਵਿੱਚ ਸੁਤੇ ਸਿੱਧੀ ਤਪ ਹੈ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਨਾਮ ਰਤੇ ਸੱਚ ਕਰਨੀ ਸਾਰ। ਜੋ ਨਾਮ ਰੰਗ ਵਿੱਚ ਰੰਗੇ ਗਏ ਨੇ, ਨਾਇਕ ਮਿਕ ਹੋਏ ਨੇ ਵਾਹਿਗੁਰੂ ਨਾਲ, ਉਹਨਾਂ ਦੀ ਸੱਚ ਰੂਪ ਸ੍ਰੇਸ਼ਟ ਕਰਨੀ ਹੋ ਜਾਂਦੀ ਹੈ। ਉਹਨਾਂ ਦੀ ਤਾਂ ਕਿ ਨਿਰਮਲ ਰੀਤ, ਉਹਨਾਂ ਦੀ ਰੀਤੀ ਨਿਰਮਲ ਹੋ ਜਾਂਦੀ ਹੈ, ਮੈਲ ਤੋਂ ਰਹਿਤ। ਉਹ ਸ੍ਰੇਸ਼ਟ ਕਰਨੀ ਦੇ ਮਾਲਕ ਬਣ ਜਾਂਦੇ ਨੇ, ਕਿਉਂਕਿ ਨਾਮ ਜੀਵ ਨੂੰ ਸੁਤੇ ਸਿੱਧੀ ਨਿਰਮਲ ਬਣਾ ਦਿੰਦਾ ਹੈ। ਨਾਮ ਰਤੇ ਗੁਣ ਗਿਆਨ ਵਿਚਾਰ। ਜਿਹੜੇ ਨਾਮ ਰੰਗ ਵਿੱਚ ਰਤੇ ਹੋਏ ਨੇ ਉਹ ਵਾਹਿਗੁਰੂ ਦੇ ਗੁਣਾਂ ਤੇ ਗਿਆਨ ਦਾ ਵਿਚਾਰ ਵੀ ਕਰਦੇ ਨੇ। ਬੜੀ ਇੱਕ ਐਸੀ ਅਵਸਥਾ ਆ ਜਾਂਦੀ ਹੈ ਜਦੋਂ ਫਿਰ ਹੁਣ, ਕਿਉਂਕਿ ਸ਼ੁਰੂ ਹੀ ਨਹੀਂ ਹੋਇਆ ਕੋਈ, ਜਦੋਂ ਤਰਕ ਕਰਨ ਵਾਲੇ ਦੁਨੀਆ ਅੰਦਰ ਆਪਾਂ ਨੂੰ ਬਹੁਤ ਬੰਦੇ ਮਿਲਦੇ ਨੇ, ਬਈ ਇਹ ਕੰਮ ਹੈ ਤਾਂ ਸਹੀ, ਸ਼ੁਰੂ ਕਰਨਾ ਪੈਂਦਾ, ਭਗਤੀ ਕਰਨੀ ਪੈਂਦੀ। ਚਲੋ ਘੰਟਾ ਵਾਹਿਗੁਰੂ ਮੰਤਰ, ਘੰਟਾ ਮੂਲ ਮੰਤਰ, ਕੁਛ ਨਾ ਕੁਛ ਤਾਂ ਕਰਾਂਗੇ ਨਾ, ਤਾਈਓ ਤਾਂ ਉੱਥੇ ਪਹੁੰਚਾਂਗੇ। ਕੇਵਲ ਗੱਲਾਂ ਦੇ ਨਾਲ ਕੁਛ ਨਹੀਂ ਹੁੰਦਾ। ਗੱਲੀ ਹੋਂ ਸੁਹਾਗਣ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈ ਹੈ। ਆਤਮਿਕ ਮੰਡਲਾਂ ਦੀ ਯਾਤਰਾ ਕਰਨ ਲੱਗਿਆਂ ਕਾਫੀ ਮਿਹਨਤ ਦੀ ਲੋੜ ਪੈਂਦੀ ਹੈ। ਤੇ ਨਾਮ, ਜਿਹੜੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਨੇ ਨਾ, ਨਾਮ ਰਤੇ ਗੁਣ ਗਿਆਨ ਵਿਚਾਰ, ਸੁਤੇ ਸਿੱਧੀ ਉਹ ਗੁਣਾਂ ਦੀ ਤੇ ਗਿਆਨ ਦੀ ਵਿਚਾਰ ਕਰਦੇ ਨੇ। ਕਿਉਂ? ਜਦੋਂ ਕਹਿੰਦੇ ਨੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਹ ਸੁਭਾਵਿਕ ਹੀ ਵਾਹਿਗੁਰੂ ਦੇ ਗੁਣ ਨੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਜਿਵੇਂ ਕੋਈ ਬੰਦਾ ਕਹਿਣ ਲੱਗਿਆ ਵੇ ਦਸਵੇਂ ਪਾਤਸ਼ਾਹ ਨੂੰ ਕੀ ਲੋੜ ਸੀ, ਨਮੋ ਸਰਬ ਮਾਨੇ, ਨਮੋ ਸਰਬ ਮਾਨੇ, ਸਮਸਤੀ ਨਿਧਾਨੇ, ਨਮੋ ਦੇਵ ਦੇਵੇ। ਅੱਗੋਂ ਨਮੋ ਨਮੋ ਉਹਨਾਂ ਨੂੰ ਕਰਨ ਦੀ ਲੋੜ ਨਹੀਂ। ਮੈਂ ਭਾਈ ਉਹ ਤਾਂ ਆਪ ਸੀਗਾ, ਪਰਮਾਤਮਾ ਆਪ ਹੀ ਸੀਗੇ, ਉਹ ਤਾਂ ਸਾਨੂੰ ਸਿਖਾਉਣਾ ਸੀ। ਉਹਨਾਂ ਨੇ ਵੀ ਸਾਰੇ ਜੀਵਾਂ ਨੂੰ ਪਾਠ ਜਾਪ ਸਾਹਿਬ ਦਾ ਕਰਨ ਲਈ ਬਖਸ਼ਿਆ, ਸਾਨੂੰ ਨਮੋ ਨਮੋ ਕਰਨਾ ਸਿਖਾਇਆ। ਉਹਨਾਂ ਨੂੰ ਤਾਂ ਦੁਨੀਆ 'ਚ ਵੀ ਆਉਣ ਦੀ ਲੋੜ ਨਹੀਂ ਸੀ, ਕਿਉਂਕਿ ਉਹਨਾਂ ਨੇ ਜਿਤਨਾ ਵੀ ਕਰਮ ਕੀਤਾ ਹੈ ਉਹ ਪ੍ਰੈਕਟੀਕਲੀ ਸਾਰੀ ਲਾਈਫ, ਗੁਰੂ ਨਾਨਕ ਦੇਵ ਜੀ ਨੇ ਜਿੰਨਾ ਕੁਛ ਕੀਤਾ ਪ੍ਰੈਕਟੀਕਲੀ ਕੀਤਾ ਹੈ। ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ, 10ਵੇਂ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕਰਕੇ ਪੰਜਾਂ ਨੂੰ ਛਕਾ ਕੇ ਫਿਰ ਉਹਨਾਂ ਤੋਂ ਆਪ ਛਕਿਆ ਹੈ ਪ੍ਰੈਕਟੀਕਲੀ। ਆਪਣੇ ਸਭ ਤੋਂ ਪਹਿਲਾਂ ਪਰਿਵਾਰ ਨੂੰ ਛਕਾਇਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਤਨਾ ਵੀ ਕਰਮ ਕੀਤਾ ਹੈ ਨਾ, ਇਹ ਸੁਤੇ ਸਿੱਧੀ ਸਾਰਾ ਨਾਮ ਦੇ ਵਿੱਚ ਹੀ ਕਰਮ ਆ ਜਾਂਦਾ ਹੈ। ਕਰਮ ਕਰਦੇ ਹੋਏ ਸਤਿਗੁਰੂ ਸਾਨੂੰ ਸਿਖਾਉਂਦੇ ਨੇ ਕਿ ਇਸ ਤਰ੍ਹਾਂ ਨਾਮ ਜਪਣਾ ਹੈ। ਬਿਨ ਨਾਵੈ ਬੋਲੇ ਸਭ ਵੇਕਾਰ। ਹੁਣ ਨਾਮ ਤੋਂ ਬਿਨਾਂ ਜੇ ਕੋਈ ਕੁਝ ਬੋਲਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਸਾਰਾ ਬੇਅਰਥ ਹੀ ਆ। ਨਾਮ ਤੋਂ ਬਿਨਾਂ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਹ ਪੰਕਤੀ ਕਿੱਥੇ ਜਾਣੀ? ਅੱਜ ਲੋਕੀ ਕਹਿੰਦੇ ਇਹ ਕਲਚਰ ਹੈ ਪੰਜਾਬ ਦਾ ਜੀ, ਦੇਖੋ ਜੀ ਆ ਗਾਣਿਆਂ ਨੂੰ ਹੀ ਕਲਚਰ ਕਹੀ ਜਾਂਦੇ। ਉਹ ਇਹ ਕਲਚਰ ਗੁਰੂ ਨਾਨਕ ਸਾਹਿਬ ਨੇ ਚਲਾਇਆ ਸੀ।
ਇਹ ਭੰਗੜੇ ਪਾਉਣੇ, ਇਹ ਗੰਦੇ ਗੀਤ ਗਾਉਣੇ, ਇਹ ਸੀ ਕਲਚਰ ਸਾਡਾ। ਇਹ ਕਲਚਰ ਹੋਵੇਗਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਇਸ ਪਾਸੇ ਸ਼ੌਂਕ ਹੈ। ਨਹੀਂ, ਸਾਡਾ ਸਿੱਖਾਂ ਦਾ, ਗੁਰਸਿੱਖਾਂ ਦਾ, ਸਿੰਘਾਂ ਦਾ ਕਲਚਰ ਨਹੀਂ ਹੈ ਇਹ। ਗੱਤਕਾ ਖੇਡਣਾ ਤਾਂ ਮੰਨਿਆ, ਚਲੋ ਸਰੀਰ ਨੂੰ ਤੰਦਰੁਸਤੀ ਭੰਗੜੇ ਨਾਲ ਆਉਂਦੀ, ਗੱਤਕਾ ਖੇਡ ਲਓ। ਔਰ ਗੁਰੂ ਘਰ 'ਚ ਕਿੰਨੀ ਸੇਵਾ ਪਈ ਹੈ, ਉਹ ਸੇਵਾ ਕਰੋ ਭਾਈ। ਕੀਰਤਨ ਹੈ, ਕਥਾ ਹੈ। ਅਸਲੀ ਕਲਚਰ ਨੂੰ ਛੱਡ ਕੇ ਉਹਦੀ ਨਿੰਦਾ ਕਰੀ ਜਾਂਦੇ ਨੇ ਤੇ ਨਕਲੀ ਕਲਚਰ ਦੇ ਮਗਰ ਦੌੜੀ ਜਾਂਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਠੀਕ ਹੈ, ਇੱਥੇ ਤਾਂ ਸਾਰਾ ਕੁਝ ਕਰ ਲਓਗੇ, ਅੱਗਾ ਗਿਆ ਜਾਣੀ ਹੈ, ਬਿਨ ਆਵੇ ਬੇਕਾਰ। ਜਿਨ੍ਹਾਂ ਨਾਮ ਤੋਂ ਬਿਨਾਂ ਆਪਾਂ ਜੋ ਵੀ ਅੱਖਰ ਬੋਲਦੇ ਹਾਂ ਬੇਕਾਰ ਹੀ ਹੈ। ਸਿਆਣੇ ਲੋਕ ਤਾਂਹੀਓ ਬਹੁਤ ਘੱਟ ਬੋਲਦੇ ਨੇ, ਮਹਾਂਪੁਰਸ਼ ਤਾਂ ਬਹੁਤ ਘੱਟ ਬੋਲਣਗੇ, ਬਸ ਸਿਮਰਨ ਵਾਲੀ ਧਿਆਨ ਜ਼ਿਆਦਾ ਹੁੰਦਾ। ਨਾਨਕ ਨਾਮ ਰਤੇ ਤਿਨ ਕਉ ਜੈਕਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੈ ਜਾਉ। ਕਹਿੰਦੇ ਜਿਹੜੇ ਨਾਮ ਰੰਗ ਵਿੱਚ ਰੰਗੇ ਗਏ ਨੇ ਉਹਨਾਂ ਨੂੰ ਮੇਰੀ ਨਮਸਕਾਰ, ਮੈਂ ਉਹਨਾਂ ਦੀ ਜੈਕਾਰ ਕਰਦਾ। ਧੰਨੋ ਗੁਰਮੁਖੋ ਧੰਨੋ। ਕਲਯੁਗ ਦੇ ਇਸ ਸਮੇਂ ਵਿੱਚ ਜਾ ਕੋ ਹਰ ਰੰਗ ਲਾਗੋ। ਇਸ ਯੁੱਗ ਮੈਂ, ਇਸ ਯੁੱਗ 'ਚ ਜਿੱਥੇ ਲੋਕੀ ਰੱਬ ਦਾ ਨਾਂ ਲੈ ਕੇ ਖੁਸ਼ ਨਹੀਂ। ਸੋ ਕਹੀਤ ਹੈ ਸੂਰਾ, ਇੱਥੇ 4 ਥੱਪੜ ਮਾਰੇ, ਲੜ ਪਿਆ ਕਿਸੇ ਨਾਲ ਨੂੰ, ਆਪਣੇ ਆਪ ਨੂੰ ਵੱਡਾ ਸੂਰਮਾ ਸਮਝਦਾ ਨਹੀਂ। ਸਤਿਗੁਰੂ ਕਹਿੰਦੇ ਅਸਲੀ ਉਹੀ ਸੂਰਮਾ ਕਲਯੁਗ ਦੇ ਜਿਹੜਾ 5 ਵਿਕਾਰਾਂ ਨੂੰ ਮਾਰ ਲੈਂਦਾ, ਨਾਮ ਜਪਦਾ। ਆਤਰਥੀ ਯੋਧਾ ਉਸੇ ਨੂੰ ਕਿਹਾ ਜਾ ਸਕਦਾ। ਮਨ ਨੂੰ ਜਿੱਤਣਾ, ਮਨ ਜੀਤ ਹੈ ਜਗ ਜੀਤ, ਉਹਨਾਂ ਦੀ ਹੋਈ ਜੈਕਾਰ ਆਪਾਂ ਕਰਦੇ ਹਾਂ ਭਾਈ। ਨਾਮ ਜਪਣ ਵਾਲੇ ਮੋਹ ਕੋ ਕਰ ਸੰਤਨ ਕੀ ਧੂਰੇ। ਮੈਨੂੰ ਰੱਬ ਦੇ ਪਿਆਰਿਆਂ ਨੂੰ ਧੂੜੀ ਬਖਸ਼ ਦਿਓ ਜੀ, ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਮੈਨੂੰ ਸੰਗਤ ਹੀ ਦੇ ਦਿਓ, ਉਹਨਾਂ ਦੇ ਦੀਦਾਰ ਹੀ ਕਰਾ ਦਿਓ ਨਾਮ ਜਪਣ ਵਾਲਿਆਂ ਦੇ, ਤਾਂ ਕਿ ਮੈਂ ਉਹਨਾਂ ਨਾਲ ਮਿਲ ਕੇ ਆਪਣੇ ਜੀਵਨ ਨੂੰ ਉੱਚਾ ਉਠਾ ਸਕਾਂ। ਸੋ ਇਸ ਕਰਕੇ ਸੰਸਾਰ ਦੇ ਅੰਦਰ ਲੋਕੀ ਕਰਾਮਾਤਾਂ ਮਗਰ ਜ਼ਿਆਦਾ ਪੈਂਦੇ, ਪਰ ਸਤਿਗੁਰੂ ਕਹਿੰਦੇ ਨੇ ਜਦੋਂ ਕਿ ਬਾਣੀ ਦਾ ਨਾਮ ਹੀ ਸਿੱਧ ਗੋਸ਼ਟ ਹੈ, ਫਿਰ ਇਸ ਦੇ ਅਰਥ ਪ੍ਰਭੂ ਨਾਲ ਗੱਲਬਾਤ ਜਾਂ ਮਿਲਾਪ ਦੀ ਗੱਲ ਕਰਨੀ ਠੀਕ ਨਹੀਂ। ਮਨ ਹੱਠ ਦੇ ਬਲ ਨਾਲ ਸਿੱਧ ਸਾਧਨਾ ਕਰਕੇ ਕਰਾਮਾਤੀ ਸ਼ਕਤੀਆਂ ਨਾਲ ਸੰਪੰਨ ਸਨ, ਜਿਸ ਕਰਕੇ ਸਧਾਰਨ ਮਨੁੱਖ ਉਹਨਾਂ ਨਾਲ ਗੱਲਬਾਤ ਕਰਨ ਤੋਂ ਵੀ ਭੈ ਖਾਂਦਾ ਸੀ। ਕਿਉਂ? ਸਿੱਧਾਂ ਨਾਲ ਕੁਝ ਚਰਚਾ ਕਰਨ 'ਚ ਜਿੱਤਦਾ ਵੀ ਸੀ, ਉਹ ਸ਼ਕਤੀ ਨਾਲ ਉਹਨੂੰ ਮਾਰ ਦਿੰਦੇ ਸੀ ਜਾਂ ਸੁੱਟ ਦੇਣਾ, ਬਿਮਾਰ ਕਰ ਦੇਣਾ। ਇੱਥੇ ਹੁਣ ਗੁਰੂ ਨਾਨਕ ਸਾਹਿਬ ਨੂੰ ਕੀ ਕਰਨ? ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਧਿੱਗ ਸਿੱਧੀ, ਧਿੱਗ ਕਰਾਮਾਤ ਨੂੰ ਨੰਗਿਆਂ ਕਰਨ ਵਾਲੀ ਇਹ ਗੋਸ਼ਟੀ ਹੈ। ਭਾਈ ਗੁਰਦਾਸ ਜੀ ਦੇ ਬਚਨ ਜਿਵੇਂ ਨਾ, ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਕੇ ਕਲਾ ਛਪਾਈ। ਸਾਡੀ ਗਵਾਹੀ ਲਈ ਮੌਜੂਦ ਨੇ ਪੰਕਤੀਆਂ। ਨਾਮ ਵਿੱਚ ਰੱਤਾ ਮਨੁੱਖ ਨਿਰਭਉ ਹੋ ਕੇ ਸੱਚੀ ਗੱਲ ਕਰਨ ਤੋਂ ਪਿੱਛੇ ਨਹੀਂ ਹਟਦਾ, ਡਟ ਕੇ ਸਿਧਾਂਤਕ ਚਰਚਾ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ ਕਿ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂਥੇ ਨਹੀਂ। ਨਾਮ ਵਿੱਚ ਰਤਿਆਂ ਹੀ ਸਹੀ ਅਰਥਾਂ ਵਿੱਚ ਸਿੱਧਾਂ ਨਾਲ ਗੋਸ਼ਟੀ ਹੋ ਸਕਦੀ ਹੈ, ਵਰਨਾ ਗੋਸ਼ਟੀ ਦਾ ਮੰਤਵ ਅਧੂਰਾ ਹੀ ਰਹਿ ਜਾਂਦਾ ਹੈ। ਆਓ 34ਵੀਂ ਪੌੜੀ 'ਚ ਅੱਗੇ ਹੁਣ ਕਿਰਪਾ ਕਰ ਰਹੇ ਨੇ ਮਹਾਰਾਜ ਜੀ। ਫਿਰ ਨਾਮ ਜਪਣਾ ਤਾਂ ਚੰਗੀ ਗੱਲ, ਪਰ ਨਾਮ ਅਸੀਂ ਆਪਣੇ ਆਪ ਜਪੀਏ ਕਿ ਜਾਂ ਕਿਤੋਂ ਲੈਣਾ ਪੈਂਦਾ ਨਾਮ? ਪ੍ਰਾਪਤੀ ਇਹਦੀ ਕਿੱਥੋਂ ਹੁੰਦੀ ਹੈ? ਆਓ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜਣੇ ਖਣੇ ਤੋਂ ਨਾਮ ਲੈਣ ਦੀ ਲੋੜ ਨਹੀਂ। ਮੈਂ ਉੱਥੋਂ ਨਾਮ ਲਿਆ, ਮੈਂ ਉੱਥੋਂ ਨਾਮ ਲਿਆ। ਆਓ ਤੁਹਾਨੂੰ ਦੱਸਦੇ ਹਾਂ ਕਿੱਥੋਂ ਨਾਮ ਮਿਲਦਾ। ਨਾਮ ਗੁਰੂ ਤੋਂ ਮਿਲਦਾ ਹੈ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਹੇ ਭਾਈ, ਇਹ ਜਿਹੜਾ ਨਾਮ ਹੈ ਨਾ, ਪੂਰੇ ਗੁਰਾਂ ਤੋਂ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ। ਨਾਮ ਕੋਈ ਇਹ ਨਹੀਂ ਹੁੰਦਾ ਕਿ ਨਾਮ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਬਈ, ਐ ਤਾਂ ਕੋਈ ਵੀ ਕਹਿ ਦਿੰਦਾ। ਚਲੋ ਪੁਰਾਣੇ ਸਮਿਆਂ ਦੀ ਇੱਕ ਗੱਲ ਸੁਣਾਉਂਦੇ ਆ ਕਿ ਇੱਕ ਮਾਤਾ ਸੀ, ਉਹ ਕਿਸੇ ਮਹਾਤਮਾ ਕੋਲ ਚਲੇ ਗਈ ਆਪਣੇ ਲੜਕੇ ਨੂੰ ਲੈ ਕੇ, ਮਹਾਰਾਜ ਇਹ ਬੱਚੇ ਨੂੰ ਨਾਮ ਦੀ ਦਾਤ ਦਿਓ। ਮਹਾਤਮਾ ਕਹਿਣ ਲੱਗੇ ਕੋਈ ਨਹੀਂ, ਸੇਵਾ ਕਰੇ, ਨਾਮ ਇੱਥੇ ਹੋਰ ਸਾਰਾ ਕਰਮ ਕਰੇ, ਪਹਿਲਾਂ ਇਹ ਅੰਮ੍ਰਿਤ ਛਕਾਓ, ਹੋਰ ਕਰਮ ਕਰੋ। ਨਾਮ ਤਾਂ 5 ਪਿਆਰਿਆਂ ਨੇ ਬਖਸ਼ਿਸ਼ ਕਰ ਹੀ ਦੇਣਾ, ਇਹਨੂੰ ਅਸੀਂ ਯੁਕਤੀ ਦੱਸ ਦਿਆਂਗੇ, ਜਿਵੇਂ ਅਸੀਂ ਬਹਿ ਕੇ ਜਪਦੇ ਨੇ ਅਸੀਂ ਦੱਸ ਦਿਆਂਗੇ। ਹਾਂ ਮਹਾਤਮਾ ਕਹਿੰਦੇ ਫਿਰ ਅਸੀਂ ਆਪਣੀ ਕਮਾਈ ਵਿੱਚੋਂ ਵੀ ਕੁਛ ਇਹਨੂੰ ਕਿਣਕਾ ਦੇ ਦਿਆਂਗੇ। 5-4 ਸਾਲ ਸੇਵਾ ਕਰੇ, ਸੇਵਾ ਕਰਦਾ ਰਿਹਾ। ਇੱਕ ਦਿਨ ਕਹਿਣ ਲੱਗੇ ਜਾ ਬੱਚਾ ਕੇਸੀ ਇਸ਼ਨਾਨ ਕਰ, ਸੋਹਣੇ ਬਸਤਰ ਪਾ ਕੇ ਆ ਸਾਹਮਣੇ ਬਿਠਾ ਲਿਆ। ਕਹਿੰਦੇ ਜਿਵੇਂ ਅਸੀਂ ਬੋਲਾਂਗੇ ਸਾਡੇ ਪਿੱਛੇ ਬੋਲ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਹ ਬੋਲ ਕੇ ਮਹਾਤਮਾ ਆਪਣੇ ਵੱਲੋਂ ਇੱਕ ਵਿਸ਼ੇਸ਼ ਕਿਰਪਾ ਕਰਦੇ ਨੇ, ਜਦੋਂ ਉਹ ਆਪਣੀ ਕਮਾਈ ਦੇ ਵਿੱਚੋਂ ਦੇ ਦਿੰਦੇ ਨੇ ਹਿੱਸਾ। ਉਹ ਲੜਕਾ ਅੱਗਿਓਂ ਕਹਿਣ ਲੱਗਾ ਲਓ ਇਹ ਤਾਂ ਮੇਰੀ ਮਾਤਾ ਰੋਜ਼ ਹੀ ਸਵੇਰੇ ਜਦੋਂ ਉਠਾਉਂਦੀ ਸੀ ਕਹਿ ਪੁੱਤ ਸਤਨਾਮ ਵਾਹਿਗੁਰੂ।
ਮਹਾਂਪੁਰਸ਼ ਹੱਸਣ ਲੱਗ ਗਏ, ਕਹਿੰਦੇ ਉਹ ਬੱਚਾ, ਉਹ ਮਾਤਾ ਦਾ ਕਿਹਾ ਤੇ ਸਾਡਾ ਕਿਸੇ ਦਾ ਬਹੁਤ ਫਰਕ ਹੈ। ਕਮਾਈ ਕਰਨ ਤੋਂ ਬਾਅਦ ਜਿਵੇਂ ਆਪਣੇ ਕੋਲ ਪੈਸਾ ਤਾਂ ਬੈਂਕ 'ਚ ਹੋਵੇ ਨਾ ਕੋਈ, ਐਵੇਂ ਬੋਕਸ ਚੈੱਕ ਕੱਟ ਕੇ ਲੋਕਾਂ ਲਓ ਬਈ ਲੱਖਾਂ ਰੁਪਇਆ ਤੁਹਾਨੂੰ ਮੈਂ ਦੇ ਦਿਆਂਗਾ, ਤਾਂ ਉਹ ਖਾਲੀ ਮੁੜਨੇ ਬੈਂਕ 'ਚੋਂ। ਕਮਾਈ ਤਾਂ ਹੈ ਨਹੀਂ। ਜਦ ਕਮਾਈ ਹੋਵੇਗੀ ਤਾਂ ਹੀ ਆਪਾਂ ਕਿਸੇ ਨੂੰ ਕੁਝ ਦੇ ਸਕਦੇ ਹਾਂ। ਜੇ ਆਪਣਾ ਲੱਖਾਂ ਰੁਪਇਆ ਪਿਆ ਫਿਰ ਆਪਾਂ ਵੰਡ ਵੀ ਸਕਦੇ ਹਾਂ। ਇਸੇ ਤਰ੍ਹਾਂ ਗੁਰਮੁਖ ਪਹਿਲਾਂ ਕਮਾਈ ਕਰਦੇ ਨੇ, ਫਿਰ ਜੱਗ ਨੂੰ ਵੰਡਦੇ ਵੀ ਨੇ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਤੋਂ, ਸਤਿਗੁਰੂ ਤੋਂ ਨਾਮ ਦੀ ਦਾਤ, ਪੂਰੇ ਗੁਰ ਤੇ ਨਾਮ ਪਾਇਆ ਜਾਏ ਭਾਈ। ਪੂਰੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਨਾਮ ਵਿਧੀ ਪੂਰਵਕ ਜੋ 10ਵੇਂ ਪਾਤਸ਼ਾਹ ਨੇ ਬਣਾਈ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ, ਫਿਰ ਅੰਮ੍ਰਿਤ ਜਿਹੜਾ ਹੈ ਛਕ ਕੇ, ਫਿਰ 5 ਪਿਆਰੇ ਨਾਮ ਦ੍ਰਿੜ ਕਰਾਉਂਦੇ, ਮੂਲ ਮੰਤਰ ਵਾਹਿਗੁਰੂ ਮੰਤਰ, ਫਿਰ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪੀ ਸਾਹਿਬ, ਬੇਨਤੀ ਚੌਪਈ ਹਮਰੀ ਕਰੋ ਆਦਰ ਅੱਛਾ, ਫਿਰ ਆਨੰਦ ਸਾਹਿਬ, ਸ਼ਾਮ ਨੂੰ ਰਹਿ ਰਾਸ, ਰਾਤ ਨੂੰ ਕੀਰਤਨ ਸੋਹਿਲਾ। ਇਹ 7 ਬਾਣੀਆਂ ਹੋ ਗਈਆਂ। ਫਿਰ ਆਸਾ ਦੀ ਵਾਰ ਵੀ ਪੜ੍ਹਨੀ, ਰੋਜ਼ ਸੁਖਮਨੀ ਸਾਹਿਬ ਦਾ ਪਾਠ, ਕੰਘਾ, ਕੜਾ, ਕਿਰਪਾਨ, ਕਸ਼ਹਿਰਾ, ਕੇਸ ਏਕਕਾਰ ਹੋ ਗਏ। ਫਿਰ 4 ਕਰਹਿਤਾਂ ਤੋਂ ਬਚਣਾ, ਹੁੱਕਾ, ਹਜਾਮਤ, ਹਲਾਲੋ ਹਰਾਮ, ਇਹ 4 ਕਰਹਿਤਾਂ ਤੋਂ ਬਚਣਾ, ਮਾੜੇ ਕਰਮਾਂ ਤੋਂ ਬਚਣਾ, ਸਵਾਸ ਸਿਮਰਨ ਕਰਨਾ। ਫੇਰ ਜਾ ਕੇ, ਕਿਉਂਕਿ ਨਾਮ ਲਈ ਭਾਂਡਾ ਬਣਾਉਣਾ ਪੈਂਦਾ ਅੰਦਰ। ਨਾਮ ਤਾਂ ਅੱਜ ਮਿਲ ਜਾਏਗਾ, ਪਰ ਨਾਮ ਸੰਭਾਲਣਾ ਕਿਵੇਂ ਹੈ? ਮਹਾਰਾਜ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧਾ ਕੋ ਜਾਓ। ਐਵੇਂ ਪਹਿਲਾਂ ਨਾ ਚਲੇ ਜਾਇਓ, ਭਾਂਡਾ ਸਾਫ਼ ਕਰੋ ਪਹਿਲਾਂ ਅੰਦਰੋਂ। ਕਿਉਂਕਿ ਇਹ ਸਾਰੀਆਂ ਚੀਜ਼ਾਂ ਵਾਕਈ ਫਿਰ ਛੱਡਣੀਆਂ ਪੈਂਦੀਆਂ। ਨਾ ਤਾਂ ਆਪਾਂ ਕਿਸੇ ਨਿੰਦਾ ਕਰੀਏ, ਨਾ ਚੁਗਲੀ ਕਰੀਏ, ਨਾ ਕਿਸੇ ਦਾ ਦਿਲ ਦੁਖਾਈਏ, ਨਾ ਮਾੜਾ ਕਹੀਏ, ਨਾ ਚੋਰੀ, ਨਾ ਯਾਰੀ, ਨਾ ਠੱਗੀ। ਇਹਨਾਂ ਸਾਰਿਆਂ ਕੰਮਾਂ ਦਾ ਤਿਆਗ ਕਰਕੇ ਵਾਹਿਗੁਰੂ ਸਰਬ ਵਿਆਪਕ ਜਾਣ ਕੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਦੇ ਸਿਧਾਂਤ ਤੇ ਚੱਲੀਏ, ਤਾਂ ਜਾ ਕੇ ਕਿਤੇ ਪ੍ਰਾਪਤੀ ਹੁੰਦੀ ਪਰਮੇਸ਼ਰ ਦੀ। ਜੋਗ ਜੁਗਤ ਸੱਚ ਰਹਿ ਸਮਾਏ, ਜੋ ਸੱਚ ਵਿੱਚ ਸਮਾਇਆ ਰਹਿੰਦਾ ਨਾ, ਉਸ ਪਾਸ ਹੀ ਅਸਲੀ ਜੋਗ ਦੀ ਜੁਗਤੀ ਹੈ। ਤੁਸੀਂ ਜੋਗੀ ਬਣੇ ਹੋ, ਕੱਪੜੇ ਪਾਏ, ਸਵਾਹ ਮੜ ਲਈ ਪਿੰਡੇ ਨੂੰ, ਰੋਟੀਆਂ ਮੰਗ ਕੇ ਖਾ ਲਈਆਂ, ਹਮ ਜੋਗੀ ਹੈ। 4 ਕਰਾਮਾਤਾਂ ਹੋ ਗਈਆਂ, ਹਮ ਜੋਗੀ ਹੈ। ਥੋੜਾ ਜਿਹਾ ਕੋਈ ਸੱਚ ਨਾਲ ਵੀ ਜੁੜਿਆ ਹੋਇਆ ਨਹੀਂ ਜੀ, ਸਾਡੇ ਤਾਂ ਫਿਰ ਬਹੁਤ ਕਮੀਆਂ ਨੇ ਦਾ ਮਤਲਬ। ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਹੁੰਦਾ ਨਾ, 12 ਮੈਂ ਜੋਗੀ ਭਰਮਾਏ ਸੰਨਿਆਸੀ 6-4। ਕਿਉਂ ਤੁਸੀਂ ਜੋਗੀ ਆਪਣੇ 12 ਫਿਰਕਿਆਂ ਵਿੱਚ ਅਤੇ ਸੰਨਿਆਸੀ ਆਪਣੇ 10 ਫਿਰਕਿਆਂ ਦੀਆਂ ਸਾਧਨਾ ਵਿੱਚ ਹੀ ਭਟਕੇ ਫਿਰਦੇ ਨੇ। ਕਦੇ ਨਾਮ ਨਾਲ ਤਾਂ ਤੁਸੀਂ ਜੁੜੇ ਨਹੀਂ। ਮੇਰੇ ਕੋਲ 5 ਰਿੱਧੀਆਂ ਸਿੱਧੀਆਂ, ਕੋਈ ਕਹਿੰਦਾ ਮੇਰੇ ਕੋਲ 9 ਰਿੱਧੀਆਂ, ਕੋਈ ਮੇਰੇ ਕੋਲ 18 ਸਿੱਧੀਆਂ। ਇਹ ਰਿੱਧੀਆਂ ਸਿੱਧੀਆਂ ਜਿਹੜੀਆਂ, ਇਹ ਲੋਕਾਂ ਨੂੰ ਤਾਂ ਅਸੀਂ ਖੁਸ਼ ਕਰ ਸਕਦੇ ਹਾਂ, ਪਰ ਵਾਹਿਗੁਰੂ ਨੂੰ ਕੌਣ ਖੁਸ਼ ਕਰੇਗਾ? ਵਾਹਿਗੁਰੂ ਦੀ ਪ੍ਰਸੰਨਤਾ ਲੈਣੀ ਹੈ। ਇਹ ਰਿੱਧੀਆਂ ਸਿੱਧੀਆਂ ਕੀ ਚੀਜ਼ ਹੈ? ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਦੁਨੀਆ ਨੇ ਜੇ ਮੱਥਾ ਟੇਕਤਾ ਕੀ ਹੋ ਗਿਆ? ਦੁਨੀਆ ਦਾ ਮੱਥਾ ਕੀ ਹੈ? ਦੁਨੀਆ ਤੇ ਜਿੱਧਰ ਮਰਜ਼ੀ ਕੋਈ ਤੋਰ ਲੈਂਦਾ ਉਧਰੋਂ ਹੀ ਝੁਕ ਜਾਂਦੀ ਹੈ। ਮਹਾਰਾਜ ਕਹਿੰਦੇ ਸੰਸਾਰ ਸਾਗਰ ਦੇ ਚ ਰਹਿੰਦਿਆਂ ਹੋਇਆਂ ਸੰਸਾਰ ਨੂੰ ਝੁਕਾ ਲੈਣਾ ਕੋਈ ਵੱਡੀ ਗੱਲ ਨਹੀਂ। ਆਪ ਝੁਕ ਜਾਣਾ ਪਰਮਾਤਮਾ ਦੇ ਚਰਨਾਂ 'ਚ, ਇਹ ਵੱਡੀ ਗੱਲ ਹੈ। ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ। ਪਰ ਜੋ ਗੁਰੂ ਦੇ ਸ਼ਬਦ ਦੁਆਰਾ ਆਪਾ ਭਾਵ ਵੱਲੋਂ ਮਰ ਕੇ ਜਿਉਂਦਾ, ਆਪਾ ਭਾਵ ਨਹੀਂ ਨਾ ਮਰਦਾ, ਮੈਂ ਫਲਾਨਾ, ਮੈਂ ਫਲਾਨਾ, ਮੈਂ ਉਹ ਕਰੀ ਜਾਓ। 10 ਸਾਲ 20 ਸਾਲ 30 ਸਾਲ ਕਰੀ ਜਾਓ, ਬਥੇਰੇ ਕਰ ਕਰਕੇ ਪਿੱਛੇ ਚਲੇ ਗਏ ਨੇ। ਆਪਾ ਭਾਵ ਜਦ ਤੱਕ ਨਹੀਂ ਮਰਦਾ ਅੰਦਰੋਂ, ਉਦੋਂ ਤੱਕ ਕਾਮਯਾਬੀ ਨਹੀਂ ਹੈ। ਸੱਚੇ ਮਾਰਗ ਤੇ ਚੱਲ ਕੇ ਹੀ ਕਾਮਯਾਬੀ, ਆਪਾ ਭਾਵ ਮਾਰ ਕੇ ਕਾਮਯਾਬੀ ਹੈ। ਫਿਰ ਉਹ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰਦਾ ਹੈ, ਤਾਂ ਜਾ ਕੇ ਉਹਨੂੰ ਗਿਆਨ ਹੁੰਦਾ ਹੈ। ਬਿਨ ਸ਼ਬਦੈ ਸਭ ਦੂਜੈ ਲਾਗੇ, ਦੇਖੋ ਹਿਰਦੈ ਵਿਚਾਰ। ਇਹ ਭਾਈ ਆਪਣੇ ਹਿਰਦੇ 'ਚ ਤੁਸੀਂ ਵੀ ਬੇਸ਼ੱਕ ਵਿਚਾਰ ਕਰਕੇ ਦੇਖੋ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਸਾਰੇ ਜੀਵ ਜਿਹੜੇ ਈਰਖਾ ਦਵੈਸ਼ ਭਾਵਨਾ ਵਿੱਚ, ਨਿੰਦਾ ਚੁਗਲੀ, ਦੂਜੇ ਨੂੰ ਛੋਟਾ ਦਿਖਾਉਣਾ, ਆਪ ਵੱਡੇ ਬਣਨਾ, ਜਾਂ ਮਾਇਆ ਕਮਾਉਣ 'ਚ ਧਿਆਨ ਜ਼ਿਆਦਾ ਰਹਿੰਦਾ। ਮਾਇਆ ਕਮਾਉਣ ਦੀ ਲੋੜ ਨਹੀਂ ਪੈਂਦੀ, ਜਿੰਨੀ ਮੱਥੇ ਤੇ ਲਿਖੀ ਆ ਜ਼ੋਰ ਲਾ ਕੇ ਵੀ ਉਨੀ ਕਮਾ ਲੈਣੀ ਆ। ਸੁਤੇ ਸਿੱਧ ਵੀ ਪਰਾਲਬਧ ਹੁੰਦੀ, ਉਹ ਆਪੇ ਹੀ ਪਹੁੰਚ ਜਾਣੀ ਆ। ਦੇਖ ਲਓ, ਕਮਾਉਣੀ ਆ ਤਾਂ ਜ਼ੋਰ ਲਾ ਕੇ ਕਮਾ ਲਓ, ਓਨੀ ਆਉਣੀ ਆ। ਜੇ ਵਾਹਿਗੁਰੂ ਦੇ ਆਨੰਦ ਵਿੱਚ ਬੇਫਿਕਰੀ 'ਚ ਰਹੇ ਤਾਂ ਵੀ ਓਨੀ ਆਉਣੀ ਆ। ਨਾਮ ਜਪਦੇ ਨਹੀਂ, ਧਿਆਨ ਮਾਇਆ 'ਚ ਹੀ ਰਹਿੰਦਾ ਹਰ ਵਕਤ, ਉਹ ਤਾਈਓ ਤਾਂ ਆਉਂਦੀ ਨਹੀਂ। ਜਦੋਂ ਧਿਆਨ ਪਰਮੇਸ਼ਰ ਵੱਲ ਜੁੜ ਜਾਂਦਾ ਤਾਂ ਇਹ ਸੁਤੇ ਸਿੱਧੀ ਆ ਜਾਂਦੀ ਹੈ। ਪਰ ਇਹਦੇ ਤੇ ਥੋੜਾ ਟਾਈਮ ਲੱਗਦਾ। ਪਹਿਲੇ ਦਿਨ ਤਾਂ ਹੁਣ ਅਮੀਰ ਬਣਨੋਂ ਰਹੇ। ਇਹ ਸਾਰੇ ਤੁਸੀਂ ਮਨ 'ਚ ਵਿਚਾਰ ਕੇ ਦੇਖੋ ਕਿ ਨਾਮ ਤੋਂ ਬਿਨਾਂ ਦੁਨੀਆ ਦੂਜੀ ਮਾਇਆ 'ਚ, ਦਵੈਸ਼ ਭਾਵਨਾ 'ਚ, ਈਰਖਾ 'ਚ ਹੀ ਲੱਗੀ ਹੋਈ ਹੈ।
ਨਾਨਕ ਵੱਡੇ ਸੇ ਵਡ ਭਾਗੇ, ਜਿਨੀ ਸੱਚ ਰੱਖਿਆ ਉਰ ਤਾਰ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਭਾਈ, ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਹੈ, ਟਿਕਾ ਲਿਆ ਹੈ। ਕਿਉਂਕਿ ਇਹ 3 ਪੌੜੀਆਂ ਆਪਾਂ ਸਰਵਣ ਕੀਤੀਆਂ, ਨਾਮ ਦੀ ਮਹਿਮਾ ਨਾਲ ਹੀ ਭਰਪੂਰ ਨੇ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਨਾਮ ਜਪਣ ਤੇ ਜਪਾਉਣ ਦਾ ਹਰੇਕ ਪ੍ਰਾਣੀ ਨੂੰ ਅਧਿਕਾਰ ਹੈ, ਪਰ ਨਾਮ ਦਾ ਦਾਤਾ ਕੇਵਲ ਸਤਿਗੁਰੂ ਹਨ। ਗੁਰਬਾਣੀ ਵਿੱਚ ਪੂਰੇ ਗੁਰੂ ਦਾ ਥਾਂ ਥਾਂ ਤੇ ਜ਼ਿਕਰ ਕਰਨ ਦਾ ਵਿਸ਼ੇਸ਼ ਜਿਹੜਾ ਮੰਤਵ ਹਰੇਕ ਪ੍ਰਾਣੀ ਨੂੰ ਜਗਾਉਣਾ ਹੈ, ਤਾਂ ਜੋ ਉਹ ਕੱਚੇ ਗੁਰੂ ਦੇ ਫੰਦੇ ਵਿੱਚ ਫਸ ਕੇ ਆਪਣਾ ਮੌਲਿਕ ਜੀਵਨ ਕਿਤੇ ਐਵੇਂ ਗਲਤ ਪਾਸੇ ਨਾ ਗਵਾ ਦੇਵੇ। ਸੋ ਪਖੰਡੀ ਗੁਰੂਆਂ ਤੋਂ ਬਚਣ ਲਈ, ਸੁਚੇਤ ਕਰਨ ਲਈ ਪੂਰੇ ਗੁਰ ਤੇ ਨਾਮ ਪਾਇਆ ਜਾਏ। ਇਹ ਬਚਨ ਉਚਾਰਨ ਕੀਤੇ ਨੇ ਆਪ ਨੇ। ਹੁਣ ਗੁਰੂ ਤੋਂ ਨਾਮ ਦੀ ਪ੍ਰਾਪਤੀ ਧਾਰਨਾ ਨਵੀਂ ਨਹੀਂ, ਪੁਰਾਤਨ ਹੈ। ਗੁਰਬਾਣੀ ਵਿੱਚ ਪੁਰਾਤਨ ਸੰਕੇਤ ਵੀ ਆਏ ਨੇ। ਭਾਈ ਦੇ ਗੁਰ ਬਿਨ ਭਗਤ ਨਾ ਹੋਏ, ਕਿਹਨੂੰ ਪੁੱਛੀਏ? ਸਤਿਗੁਰੂ ਨੇ ਪੁੱਛੋ ਬ੍ਰਹਮੇ ਨਾਰਦੈ, ਭੇਦ ਬਿਆਸੈ ਕੋਏ। ਬਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲ ਲਾਏ। ਬਿਨ ਗੁਰ ਸੇਵੇ ਸੁਖ ਨਾ ਹੋਈ, ਪੂਰੇ ਭਾਗ ਗੁਰ ਪਾਵਣਿਆ। ਭਗਤ ਕਬੀਰ ਜੀ ਨੇ ਸਵਾਮੀ ਰਾਮਾਨੰਦ ਜੀ, ਕ੍ਰਿਸ਼ਨ ਜੀ ਨੇ ਗਰਗ ਮੁਨੀ, ਰਾਜਾ ਜਨਕ ਨੇ ਅਸ਼ਟਾਵਕਰ ਜਿਸ ਦੇ ਸਿਰ 'ਚ 8 ਬਿੰਗ ਪੈਂਦੇ ਸੀ, ਗੋਰਖ ਨੇ ਭਰਥਰੀ, ਅਤੇ ਅਰਜਨ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਗੁਰੂ ਧਾਰਿਆ। ਇਸੇ ਤਰ੍ਹਾਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ, ਅਤੇ ਅੱਗੋਂ 10 ਪਾਤਸ਼ਾਹਾਂ ਤੱਕ ਗੁਰੂ ਧਾਰਨ ਦੀ ਪਰੰਪਰਾ ਜਾਰੀ ਰਹੀ। ਸੋ ਇਸੇ ਤਰ੍ਹਾਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਅਤੇ ਅੱਗੋਂ 10 ਪਾਤਸ਼ਾਹੀਆਂ ਤੱਕ ਗੁਰੂ ਧਾਰਨ ਦੀ ਜਿਹੜੀ ਪਰੰਪਰਾ ਜਾਰੀ ਰਹੀ। ਨਾਮ ਤੋਂ ਬਿਨਾਂ ਕੋਈ ਜੀਵ ਗੁਰਮੁਖ ਨਹੀਂ ਬਣ ਸਕਦਾ। ਭਾਵੇਂ ਸੈਂਕੜੇ ਚੰਦਰਮਾ ਤੇ ਹਜ਼ਾਰਾਂ ਸੂਰਜ ਨਿਤ ਪਏ ਚੜ੍ਹਨ, ਪਰ ਗੁਰੂ ਤੋਂ ਬਿਨਾਂ ਘੋਰ ਅੰਧਕਾਰ ਹੀ ਬਣਿਆ ਰਹਿੰਦਾ ਹੈ। ਗੁਰੂ ਕਾਲ ਵਿੱਚ ਵੀ ਕੱਚੇ, ਡੰਬੀ, ਭੇਖੀ, ਪਖੰਡੀ ਗੁਰੂਆਂ ਨੇ ਇਤਨਾ ਜਾਲ ਵਿਛਾਇਆ ਸੀ ਉਹਨਾਂ ਸਮਿਆਂ ਵਿੱਚ ਵੀ, ਕਿ ਸੱਚੇ ਗੁਰੂ ਦੀ ਪਛਾਣ ਕਰਨੀ ਹਰੇਕ ਮਨੁੱਖ ਦੇ ਵੱਸ ਦੀ ਗੱਲ ਨਹੀਂ ਸੀ। ਗੁਰੂ ਘਰ ਵਿੱਚ ਵੀ ਗੁਰਗੱਦੀ ਦੀ ਪ੍ਰਾਪਤੀ ਲਈ ਕਈ ਝਗੜੇ ਹੁੰਦੇ ਰਹੇ, ਜਿਸ ਬਾਰੇ ਗੁਰਮਤਿ ਪਾਠਕ ਸਾਰੇ ਚੰਗੀ ਤਰ੍ਹਾਂ ਭਾਈ ਤੁਸੀਂ ਜਾਣੂ ਹੋ, ਜਿਹੜੇ ਪੜ੍ਹਦੇ ਨੇ ਪੁਸਤਕਾਂ, ਇਤਿਹਾਸ ਪੜ੍ਹਦੇ ਨੇ। ਇਹੋ ਕਾਰਨ ਸੀ ਵੱਡਾ ਅਸਲ 'ਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਸ਼ਖਸੀ ਪੂਜਾ ਤੋਂ ਹਟਾ ਕੇ 5 ਪਿਆਰਿਆਂ ਵਿੱਚ ਆਪ ਦਾ ਰੂਪ ਪਾ ਕੇ 5 ਪ੍ਰਵਾਣੀ ਰਾਜ ਸਥਾਪਿਤ ਕਰ ਦਿੱਤਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਖਾਲਸੇ ਨੇ ਅਰਦਾਸ ਕਰਕੇ ਪੁੱਛਿਆ, ਸੱਚੇ ਗੁਰਦੇਵ ਪਿਤਾ, ਖਾਲਸੇ ਨੂੰ ਕਿਸ ਦੇ ਲੜ ਲਾ ਚੱਲਿਓ? ਤਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਖਾਲਸਾ ਅਕਾਲ ਪੁਰਖ ਕੋ ਸੌਂਪਿਆ ਹੈ। ਜਿਸ ਨੇ ਸਾਡੇ ਇਸ ਸਰੀਰ ਦੇ ਦਰਸ਼ਨ ਕਰਨੇ ਹੋਣ ਤਾਂ ਖਾਲਸੇ ਵਿੱਚ ਕਰੇ, ਤੇ ਸੰਗਤਾਂ ਤਾਂ ਹੀ ਹੇਠ ਲਿਖਿਆ। ਸੋ ਜਿਸ ਨੇ ਸਾਡੇ ਸਰੀਰ ਦੇ ਦਰਸ਼ਨ ਕਰਨੇ ਹੋਣ ਤਾਂ ਖਾਲਸੇ ਵਿੱਚ ਕਰੇ, ਅਤੇ ਸੰਗਤਾਂ ਨੂੰ ਇਹ ਬਚਨ ਕੀਤਾ, ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਪੂਜਾ ਅਕਾਲ ਪੁਰਖ ਜੀ ਦੀ ਕਰਨੀ, ਦਰਸ਼ਨ ਖਾਲਸਾ ਜੀ ਦੇ ਕਰਨੇ, ਪਰਚਾ ਗੁਰ ਸ਼ਬਦ ਵਾਹਿਗੁਰੂ ਦਾ ਪਾਉਣਾ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸ਼ਬਦ ਸੁਰਤ ਪਰਚਾ ਕਰੈ, ਸਤਿਗੁਰੂ ਪਰਚੈ ਮਨ ਪਰਚਾਏ ਦੇ ਉਪਦੇਸ਼ ਨੂੰ ਕਮਾਈਏ ਅਤੇ ਵਡਭਾਗੀਆਂ ਦੀ ਸੂਚੀ ਵਿੱਚ ਸ਼ਾਮਲ ਹੋਈਏ। ਨਾਨਕ ਵੱਡੇ ਸੇ ਵਡਭਾਗੀ ਜਿਨੀ ਸੱਚ ਰੱਖਿਆ ਔਰ ਧਾਰ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ 34 ਪੌੜੀਆਂ ਤੱਕ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰਮੁਖ ਰਤਨ ਲਹੈ ਲਿਵ ਲਾਹੇ, ਗੁਰਮੁਖ ਪਰਖੈ ਰਤਨ ਸੁਭਾਏ। ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸਾਚੇ ਮਨ ਪਤੀ ਆਏ। ਗੁਰਮੁਖ ਅਲਖ ਲਖਾਏ ਤਿਸ ਭਾਵੈ ਹੈ, ਨਾਨਕ ਗੁਰਮੁਖ ਚੋਟ ਨਾ ਖਾਵੈ। ਗੁਰਮੁਖ ਰਤਨ ਲਹੈ ਲਿਵ ਲਾਏ, ਗੁਰਮੁਖ ਪਰਖੈ ਰਤਨ ਸੁਭਾਏ। 942 ਅੰਗ ਤੇ 35ਵੀਂ ਪੌੜੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਕਿਸ ਪ੍ਰਕਾਰ ਸਿੱਧਾਂ ਦੇ ਨਾਲ ਜੋ ਬਚਨ ਹੋ ਰਹੇ ਨੇ ਕਿ ਗੁਰਮੁਖ ਦੀ ਅਵਸਥਾ ਨੂੰ ਫੇਰ ਸਤਿਗੁਰੂ ਜੀ ਕਥਨ ਕਰ ਰਹੇ ਹਨ ਕਿ ਗੁਰਮੁਖ ਕਿਸ ਨੂੰ ਕਿਹਾ ਹੈ ਤੇ ਗੁਰਮੁਖ ਦੇ ਕੀ ਕੀ ਲੱਛਣ ਹੁੰਦੇ ਹਨ। ਫਰਮਾਉਂਦੇ ਹਨ ਮਹਾਰਾਜ ਪਾਵਨ ਬਾਣੀ, ਗੁਰਮੁਖ ਰਤਨ ਲਹੈ ਲਿਵ ਲਾਏ।
ਲਹੈ ਤੋਂ ਭਾਵ ਹੁੰਦਾ ਲੱਭ ਲੈਂਦਾ, ਪ੍ਰਾਪਤ ਕਰ ਲੈਂਦਾ ਹੈ। ਗੁਰਮੁਖ ਪਿਆਰਾ, ਗੁਰਮੁਖ ਜੋ ਗੁਰੂ ਦੇ ਅਨੁਸਾਰੀ, ਗੁਰੂ ਕੀ ਆਗਿਆ ਵਿੱਚ ਚੱਲਣ ਵਾਲਾ ਸਨਮੁਖ। ਕਿਉਂਕਿ ਗੁਰਮੁਖ ਜਿਹੜੇ ਨੇ ਉਹ ਲਿਵ ਲਾ ਕੇ ਸੁਰਤ ਜੋੜ ਕੇ ਨਾਮ ਰਤਨ ਜਿਹੜਾ ਹੈ, ਅਮੋਲਕ ਨਾਮ ਰਤਨ, ਇਹਨੂੰ ਪ੍ਰਾਪਤ ਕਰ ਲੈਂਦੇ ਨੇ। ਕਿਉਂਕਿ ਨਾਮ ਬਹੁਤ ਹੀ ਇਕਾਗਰਤਾ ਦੇ ਨਾਲ ਪ੍ਰਾਪਤ ਹੁੰਦਾ ਹੈ। ਚਾਰੇ ਪਾਸੇ ਆਪਣੇ ਮਨ ਨੂੰ ਤੋੜ ਕੇ ਨਾਮ ਦੇ ਵਿੱਚ ਜੋੜ ਕੇ ਸਿਮਰਨ ਕਰਨ ਦੇ ਨਾਲ ਸੁਭਾਵਕ ਹੀ ਫਿਰ ਨਾਮ ਦਾ ਕਿਣਕਾ ਪ੍ਰਾਪਤ ਹੋ ਜਾਂਦਾ। ਕਹਿਣ ਤੋਂ ਭਾਵ ਜਿਵੇਂ ਪਿਆਸ ਲੱਗੀ ਤੋਂ ਪਾਣੀ 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 ਕਰੀ ਜਾਈਏ, ਇਹ ਇੱਕ ਅੱਖਰ ਹੈ ਪਾਣੀ। ਸੱਚਮੁੱਚ ਗਲਾਸ ਦੇ ਵਿੱਚ ਜਦੋਂ ਪਾਣੀ ਸਾਡੇ ਸਾਹਮਣੇ ਕੋਈ ਰੱਖ ਦੇਵੇ ਤਾਂ ਆਪਾਂ ਕਹਿੰਦੇ ਹਾਂ ਕਿ ਪਾਣੀ ਪਾਣੀ, ਹੁਣ ਕਹਿਣ ਦੀ ਲੋੜ ਨਹੀਂ ਕਿਉਂਕਿ ਪਾਣੀ ਮਿਲ ਗਿਆ ਹੈ। ਹੁਣ ਇੱਕ ਦੂਸਰੀ ਅਵਸਥਾ ਆ ਗਈ ਜਦੋਂ ਪਾਣੀ ਦਾ ਪੀ ਕੇ ਆਨੰਦ ਮਾਣਨਾ। ਭਰਿਆ ਹੋਇਆ ਗਿਲਾਸ ਪਾਣੀ ਦਾ ਮੂੰਹ ਨੂੰ ਲਾ ਕੇ ਪੀ ਕੇ ਪਿਆਸ ਬੁਝਾਈ, ਠੰਡ ਪੈ ਗਈ ਅੰਦਰ। ਇਹ ਪ੍ਰੈਕਟੀਕਲੀ ਉਹਦੀ ਕਿਰਿਆ ਹੋ ਗਈ। ਮੂੰਹ ਦੇ ਨਾਲ ਪਾਣੀ ਪਾਣੀ ਕਹਿ ਕੇ ਪਾਣੀ ਦੀ ਪ੍ਰਾਪਤੀ ਕਰਕੇ ਫਿਰ ਉਹ ਪਾਣੀ ਪੀ ਕੇ ਆਨੰਦ ਮਾਣਿਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਅੱਖਰ ਹਨ ਉਹਦੇ ਨਾਮ ਦੇ, ਵਾਹਿਗੁਰੂ ਵਾਹਿਗੁਰੂ। ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਤਾਂ ਵਾਹਿਗੁਰੂ ਵੱਲ ਧਿਆਨ ਵੀ ਦਈਏ। ਪਹਿਲੀ ਗੱਲ ਤਾਂ ਇਹ ਕਿ ਧੁਨ ਮਹਿ ਧਿਆਨ, ਭਾਵ ਧੁਨੀ ਕੀ ਕਹਿੰਦੀ ਹੈ, ਵਾਹਿਗੁਰੂ। ਤਾਂ ਵਾਹਿਗੁਰੂ ਕੌਣ ਹੈ? ਸਰਬ ਵਿਆਪਕ ਪਰਿਪੂਰਨ ਵਾਹਿਗੁਰੂ ਜੋ ਬਹੁਤ ਹੀ ਵੱਡਾ ਹੈ। ਆਸਾ ਦੀ ਵਾਰ 'ਚ ਜਿਵੇਂ ਮਹਾਰਾਜ ਨੇ ਬਚਨ ਕੀਤਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਵਾਹਿਗੁਰੂ ਦੀ ਸਿਫਤ ਹੈ, ਵਾਹਿਗੁਰੂ ਦਾ ਧਿਆਨ ਕਰਨਾ, ਵਾਹਿਗੁਰੂ ਵਿੱਚ ਧਿਆਨ ਨੂੰ ਲੈ ਜਾਣਾ ਕਿ ਕਿੰਨਾ ਵੱਡਾ ਹੋਵੇਗਾ ਉਹ ਵਾਹਿਗੁਰੂ ਜਿਸ ਨੇ ਕਰੋੜਾਂ ਖੰਡ ਬ੍ਰਹਮੰਡ ਬਣਾ ਦਿੱਤੇ ਹਨ। ਇਉਂ ਵਾਹਿਗੁਰੂ ਜਪਦਿਆਂ ਵਾਹਿਗੁਰੂ ਵਿੱਚ ਧਿਆਨ ਲੈ ਕੇ ਜਾਣਾ। ਕਿਸੇ ਵੱਡੇ ਵਿਅਕਤੀ ਦਾ ਨਾਮ ਲੈਂਦੇ ਆ ਵੀ ਇਹ ਸਾਰੇ ਜ਼ਿਲ੍ਹੇ ਦਾ ਮਾਲਕ ਹੈ, ਉਹ ਗੱਲ ਆਪਣੇ ਮਨ 'ਚ ਆ ਜਾਂਦੀ। ਇੱਕ ਹੋਰ ਵਿਅਕਤੀ ਦਾ ਨਾਮ ਲੈਂਦੇ ਆ ਕਿ ਸਾਰੀ ਸਟੇਟ ਦਾ ਮਾਲਕ ਹੈ। ਇੱਕ ਹੈ ਜੋ ਸਾਰੇ ਦੇਸ਼ ਦਾ ਮਾਲਕ ਹੈ। ਇੱਕ ਹੈ ਜੋ ਸਾਰੀ ਧਰਤੀ ਦਾ ਮਾਲਕ ਹੈ। ਇੱਕ ਹੈ ਜੋ ਸਾਰੀਆਂ ਧਰਤੀਆਂ ਦਾ ਮਾਲਕ, ਬ੍ਰਹਮੰਡਾਂ ਦਾ ਮਾਲਕ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਉਹ ਵਾਹਿਗੁਰੂ ਜੋ ਸਾਰੀਆਂ ਧਰਤੀਆਂ ਦਾ, ਚੰਦਰਮਾ ਸਿਤਾਰਿਆਂ ਦਾ ਮਾਲਕ, ਸਾਰੀ 84 ਲੱਖ ਜੂਨ ਦਾ ਮਾਲਕ, ਦੇਵਤਿਆਂ ਦਾ ਮਾਲਕ, ਦੈਂਤਾਂ ਦਾ ਮਾਲਕ। ਉਸ ਮਾਲਕ ਦਾ ਜਦੋਂ ਨਾਮ ਲੈ ਕੇ ਮਾਲਕ ਦਾ ਧਿਆਨ ਕਰਦੇ ਆ ਕਿ ਕਿਤਨਾ ਵੱਡਾ ਹੈ ਉਹ ਮਾਲਕ, ਉਹਦੀ ਸਿਫਤ ਕਰਦਿਆਂ ਕਰਦਿਆਂ ਉਹਦੇ ਵਿੱਚ ਹੀ ਜੁੜ ਜਾਈਦਾ। ਤਾਂ ਉਹ ਜੁੜਨ ਦੇ ਨਾਲ ਜਿਵੇਂ ਤਾਰਾਂ ਦੇ ਟੱਚ ਹੁੰਦਿਆਂ ਹੀ ਬੱਲਬ ਜਗ ਪੈਂਦਾ, ਜਾਂ ਫਿਰ ਜਦੋਂ ਸਵਿੱਚ ਦਬਾ ਦਿੰਦੇ ਹਾਂ ਤੇ ਉਹਦੇ ਨਾਲ ਫਿਰ ਇੱਕਦਮ ਬੱਲਬ ਜਗ ਪੈਂਦਾ। ਇਸੇ ਤਰ੍ਹਾਂ ਹੀ ਜਦੋਂ ਸ਼ਬਦ ਅਤੇ ਸੁਰਤ ਦਾ ਮਿਲਾਪ ਹੋ ਗਿਆ, ਜਾਤੀ ਬਿਰਤੀਆਂ ਦਾ ਪ੍ਰਵਾਹ ਅੰਦਰ ਨੂੰ ਚੱਲ ਪਿਆ, ਵਿਜਾਤੀ ਬਿਰਤੀਆਂ ਬਾਹਰ ਨੂੰ ਨਿਕਲ ਗਈਆਂ ਜਿਹੜੀਆਂ ਪਰੇਸ਼ਾਨ ਕਰਦੀਆਂ ਸੀ। ਪ੍ਰਮਾਣ, ਵਿਪਰਜੇ, ਨਿੰਦਰਾ, ਵਿਕਲਪ, ਸਿਮਰਤੀ ਆਦਿਕ ਇਹ ਤੰਗ ਕਰਨੋਂ ਹਟ ਗਈਆਂ। ਤਦੋਂ ਮਹਾਰਾਜ ਕਹਿੰਦੇ ਨੇ ਸਾਰੇ ਪਾਸਿਓਂ ਬਿਰਤੀ ਹਟਾ ਕੇ ਜਦੋਂ ਨਾਮ ਦੇ ਵਿੱਚ ਲਿਵ ਜੁੜੀ ਤਾਂ ਇੱਕਦਮ ਚਾਨਣ ਹੋ ਗਿਆ। ਉਹ ਹੈ ਰਤਨ ਲਹੈ ਲਿਵ ਲਾਏ। ਲਿਵ ਲਾ ਕੇ ਉਹ ਰਤਨ ਨੂੰ, ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖ ਪਰਖੈ ਰਤਨ ਸੁਭਾਏ। ਸੁਭਾਵਕ ਹੀ ਜਿਹੜਾ ਰੱਬ ਦਾ ਪਿਆਰਾ ਗੁਰਮੁਖ ਹੈ ਉਹ ਨਾਮ ਰਤਨ ਨੂੰ ਪਛਾਣ ਲੈਂਦਾ ਹੈ, ਪਰਖ ਲੈਂਦਾ ਹੈ ਕਿ ਨਾਮ ਰਤਨ ਕੀ ਹੈ। ਲਖਾਏ ਦਾ ਭਾਵ ਲੱਖ ਲੈਣਾ, ਜਾਣ ਲੈਣਾ।
ਉਹ ਨਾਮ ਰਤਨ ਨੂੰ ਪਛਾਣ ਲੈਂਦਾ ਕਿ ਨਾਮ ਰਤਨ ਕੀ ਹੈ, ਕਿਉਂਕਿ ਨਾਮ ਬਾਰੇ ਲੋਕੀ ਕਹਿੰਦੇ ਨੇ ਕਿ ਨਾਮ ਕਿਸ ਨੂੰ ਕਹਿੰਦੇ ਨੇ, ਨਾਮ ਕੈਸਾ ਹੁੰਦਾ ਹੈ, ਸਾਨੂੰ ਵੀ ਦੱਸੋ। ਨਾਮ ਰਤਨ ਦੀ ਪ੍ਰਾਪਤੀ ਤੇ ਨਾਮ ਰਤਨ ਦੀ ਪਹਿਚਾਣ ਬਹੁਤ ਅਭਿਆਸ ਤੋਂ ਬਾਅਦ ਜੀਵ ਨੂੰ ਪ੍ਰਾਪਤ ਹੁੰਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖ ਸਾਚੇ ਮਨ ਪਤੀ ਆਏ। ਗੁਰਮੁਖ ਗੁਰੂ ਅਨੁਸਾਰੀ, ਗੁਰੂ ਦਾ ਜਾਪ ਕਰਨ ਵਾਲਾ ਜਿਹੜਾ ਸਨਮੁਖ ਹੈ, ਜੀਵੜਾ ਰੱਬ ਦਾ ਪਿਆਰਾ, ਉਹ ਹਮੇਸ਼ਾ ਸੱਚੀ ਕਾਰ ਹੀ ਕਮਾਉਂਦਾ ਹੈ। ਜਿਵੇਂ ਬਚਨ ਕੀਤਾ ਹੈ ਆਪ ਜੀ ਨੇ ਕਿ ਹੋਰ ਕਾਰ ਬੇਕਾਰ ਹੈ, ਇੱਕ ਸੱਚੀ ਕਾਰ ਹੈ ਲਾਇਆ, ਵਿਣ ਨਾਵੈ ਹੋਰ ਨਾ ਪਾਇਆ। ਕਿ ਉਹ ਨਾਮ ਤੋਂ ਬਿਨਾਂ ਉਹਨੂੰ ਹੋਰ ਕੁਝ ਪਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ। ਉਹਨਾਂ ਦੀ ਪਵਿੱਤਰਤਾ ਵਾਲੀ ਕਰਨੀ, ਨਿਰਮਲ ਕਰਨੀ, ਝੂਠ ਨਾ ਬੋਲਣਾ, ਹਿਰਦਾ ਸੁੱਧ, ਬਾਹਰੋਂ ਸੁੱਧ, ਸਰੀਰ ਸੁੱਧ, ਕਰਨੀ ਸੁੱਧ, ਕਮਾਈ ਸੁੱਧ। ਇਹ ਨਹੀਂ ਕਿ ਮਾੜੀ ਮਾੜੀ ਗੱਲ ਪਿੱਛੇ, ਥੋੜੇ ਪੈਸੇ ਪਿੱਛੇ ਝੂਠ ਬੋਲਣਾ, ਮਾੜੀ ਮਾੜੀ ਗੱਲ ਪਿੱਛੇ ਝੂਠ ਬੋਲਣਾ, ਝੂਠ ਤੇ ਤੂਫਾਨ ਲਿਆ ਰੱਖਣਾ। ਉਹ ਸਚਾਈ ਦੇ ਉੱਤੇ ਆਪਣੇ ਜੀਵਨ ਨੂੰ ਚਲਾ ਲੈਂਦੇ ਨੇ, ਸ਼ੁੱਧ ਕਰਨੀ ਕਰਦੇ ਨੇ। ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ ਕਿ ਆਨ ਦਿਨ ਸੁਕ੍ਰਿਤ ਕਰੀਐ, ਰਾਤ ਦਿਨ ਚੰਗੀ ਸ੍ਰੇਸ਼ਟ ਪੁੰਨਾਂ ਵਾਲੀ ਕਿਰਤ ਨੂੰ ਕਰੀਏ। ਗੁਰਮੁਖ ਸਾਚੇ ਮਨ ਪਤੀ ਆਏ। ਜਿਹੜਾ ਗੁਰਮੁਖ ਜੀਵੜਾ ਹੈ ਨਾ, ਉਹ ਸੱਚੇ ਵਾਹਿਗੁਰੂ ਵਿੱਚ ਲੀਨ ਹੋਣ ਕਰਕੇ ਆਪਣਾ ਮਨ ਪਰਚਾ ਲੈਂਦਾ ਹੈ। ਉਹਦਾ ਮਨ ਪਤੀਜ ਜਾਂਦਾ ਹੈ ਵਾਹਿਗੁਰੂ ਦੇ ਵਿੱਚ। ਕਿਸੇ ਚੀਜ਼ ਦੇ ਵਿੱਚ ਪਤੀਜਣਾ, ਜਦੋਂ ਤੱਕ ਆਪਣਾ ਕਿਸੇ ਚੀਜ਼ 'ਚ ਮਨ ਨਹੀਂ ਪਤੀਜਦਾ, ਆਪਾਂ ਉਹ ਚੀਜ਼ ਨੂੰ ਲੈਂਦੇ ਨਹੀਂ, ਖਰੀਦਦੇ ਨਹੀਂ। ਮਨ ਪਤੀਜਣਾ, ਮਨ ਮੰਨ ਜਾਣਾ। ਤਾਈਓ ਸਤਿਗੁਰੂ ਕਹਿੰਦੇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਗੁਰਮੁਖ ਅਲਖ ਲਖਾਏ ਤਿਸ ਭਾਵੈ। ਜਦੋਂ ਵਾਹਿਗੁਰੂ ਨੂੰ ਭਾਉਂਦਾ ਹੈ ਤਾਂ ਉਹ ਸਤਿਗੁਰੂ ਜੀ ਉਸ ਗੁਰਮੁਖ ਨੂੰ ਅਲਖ ਪ੍ਰਭੂ ਦੀ ਲਖਤਾ ਕਰਾ ਦਿੰਦੇ ਨੇ, ਜਣਾ ਦਿੰਦੇ ਨੇ ਕਿ ਇਹ ਵਾਹਿਗੁਰੂ ਹੈ। ਕਿਉਂਕਿ ਵਾਹਿਗੁਰੂ ਕਿਤੇ ਦੂਰ ਨਹੀਂ ਹਨ। ਪ੍ਰਮਾਣ ਵਜੋਂ ਜਿਵੇਂ ਸਰਦੀਆਂ ਦੇ ਵਿੱਚ, ਬਹੁਤ ਠੰਡ ਦੇ ਵਿੱਚ, ਇੱਕ ਗੁਰਮੁਖ ਪਿਆਰਾ ਅੰਮ੍ਰਿਤਧਾਰੀ, ਉਹਨੇ ਕੋਟੀ ਪਾਈ, ਥੱਲਿਓਂ ਇੱਕ ਪੂਰੀਆਂ ਬਾਹਾਂ ਦੀ ਬਨੈਣ ਜੀ ਪਾਈ, ਇੱਕ ਉਹਦੇ ਉੱਪਰੋਂ ਕੋਟੀ ਪਾਈ, ਕਮੀਜ਼ ਪਾਇਆ, ਕਿਉਂਕਿ ਸਰਦੀ ਬਹੁਤ ਜ਼ਿਆਦਾ -, ਡਿਗਰੀ ਤੇ ਚਲੀ ਜਾਂਦੀ। ਜਦੋਂ ਇੱਕ ਜੈਕਟ ਜੀ ਇੱਕ ਉਹਦੇ ਉੱਤੇ ਓਵਰਕੋਟ ਪਾ ਲਿਆ, ਤੇ ਉਹ ਕੜਾ ਕਿਤੇ ਬਾਂਹ ਵਿੱਚ ਤਾਂ ਚੜਿਆ ਹੋਇਆ ਸੀ, ਤੇ ਉਹ ਕੜਾ ਲੱਭਣ ਲੱਗ ਪਿਆ ਵੀ ਕਿਹੜਾ ਮੇਰਾ ਗਵਾਚ ਗਿਆ ਲੱਗਦਾ। ਉਹ ਕੜਾ ਲੱਭਦਾ ਵੀ ਪਰੇਸ਼ਾਨ ਜਿਹਾ ਹੋ ਗਿਆ, ਮੇਰਾ ਕੜਾ ਪਤਾ ਨਹੀਂ ਕਿੱਥੇ ਲੈ ਕੇ ਡਿੱਗ ਪਿਆ। ਉਹ ਚੰਗੀ ਤਰ੍ਹਾਂ ਕਿਸੇ ਨੇ ਕਿ ਕੜਾ ਹੱਥ 'ਚੋਂ ਡਿੱਗ ਨਹੀਂ ਸਕਦਾ, ਧਿਆਨ ਨਾਲ ਦੇਖ, ਬਾਂਹ ਦੇ ਵਿੱਚ ਹੀ ਹੋਣਾ। ਉਹ ਚੰਗੀ ਤਰ੍ਹਾਂ ਟਟੋਲਿਆ ਫਰੋਲਿਆ, ਉਹ ਹਾਂ ਬਈ ਇਹ ਤਾਂ ਬਾਂਹ 'ਚ ਹੀ ਹੈ ਕੜਾ, ਤੇ ਮੈਨੂੰ ਭੁਲੇਖਾ ਹੀ ਲੱਗ ਗਿਆ, ਮੈਂ ਡਰ ਗਿਆ। ਹੁਣ ਆਪਾਂ ਇਸ ਗਵਾਚੇ ਹੋਏ ਕੜੇ ਨੂੰ ਕੀ ਕਹਿ ਸਕਦੇ ਹਾਂ ਕਿ ਇਹ ਕੜਾ ਗੁੰਮ ਹੋ ਗਿਆ ਸੀ, ਕਿ ਜਾਂ ਇਹ ਹੁਣ ਮੈਨੂੰ ਪ੍ਰਾਪਤ ਹੋ ਗਿਆ। ਨਾ ਤਾਂ ਉਹ ਗੁੰਮ ਹੋਇਆ ਸੀ, ਨਾ ਪ੍ਰਾਪਤ ਹੋਇਆ, ਤਾਂ ਪਹਿਲਾਂ ਹੱਥ ਵਿੱਚ ਸੀ, ਹੁਣ ਵੀ ਹੱਥ ਵਿੱਚ ਹੀ ਹੈ। ਹਿਰਦੇ ਵਿੱਚ ਇਸੇ ਤਰ੍ਹਾਂ ਵਾਹਿਗੁਰੂ ਹਨ, ਪ੍ਰਕਾਸ਼ਮਾਨ ਵੀ ਹਨ, ਪਰ ਸਾਡਾ ਧਿਆਨ ਜਿਹੜਾ ਹੈ ਉਹ ਕਿਤੇ ਹੋਰ ਹੀ ਗੁੰਮ ਹੋਇਆ ਬੈਠਾ। ਤੇ ਮਖੌਲ ਜੇ 'ਚ ਕਹਿੰਦੇ ਦਿਖਾਓ ਰੱਬ ਕਿੱਥੇ ਹੈ। ਰੱਬ ਹੈ, ਐਵੇਂ ਨਹੀਂ ਕਿ ਨਹੀਂ ਦੇਖਿਆ ਕਿਸੇ ਨੇ। ਬਹੁਤ ਗੁਰਸਿੱਖਾਂ ਨੂੰ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਬਹੁਤ ਗੁਰਸਿੱਖਾਂ ਨੂੰ ਪ੍ਰਕਾਸ਼ ਹੁੰਦਾ। ਬੜੇ ਬੜੇ ਰਿਸ਼ੀ ਮੁਨੀ ਸੰਤਾਂ ਮਹਾਤਮਾ ਨੂੰ ਦਰਸ਼ਨ ਦਿੱਤੇ ਨੇ। ਹੁੰਦਾ ਸਾਰਾ ਕੁਝ ਹੀ ਹੈ, ਪਰ ਦੁਨੀਆ ਉਸ ਤੇ ਚੱਲਣਾ ਨਹੀਂ ਚਾਹੁੰਦੀ, ਕਿਉਂਕਿ ਇਹ ਬਹੁਤ ਕਠਿਨ ਕਾਰਜ ਹੈ। ਇੱਕ ਕੰਮ ਉਹ ਹੁੰਦੇ ਜਿਹੜੇ ਸਰੀਰ ਨਾਲ ਕੀਤੇ ਜਾਂਦੇ ਨੇ, ਉਹਦੇ 'ਚ ਮਨ ਬਾਣੀ ਦੀ ਲੋੜ ਹੀ ਨਹੀਂ ਪੈਂਦੀ। ਇੱਕ ਉਹ ਕੰਮ ਨੇ ਜਿਹੜੇ ਸਰੀਰ ਕਰਕੇ ਕੀਤੇ ਜਾਂਦੇ ਨੇ, ਜਾਂ ਜ਼ੁਬਾਨ ਵਿੱਚ ਚਲਾ ਲਈ ਦੀ ਥੋੜੀ ਜਿਹੀ ਕੰਮ ਹੋ ਜਾਂਦੇ ਨੇ। ਮਨ ਕਿਤੇ ਪਿਆ ਫਿਰੇ, ਜਿਹਨੇ ਕੋਈ ਚੀਜ਼ ਵੇਚਣੀ ਉਹ ਆਪਣਾ ਰੌਲਾ ਪਾਈ ਜਾ ਰਿਹਾ, ਬੋਲਦਾ ਮੂੰਹ ਨਾਲ ਖਰੀਦ ਲਓ, ਆਹ ਚੀਜ਼ ਲੈ ਲਓ। ਇੱਕ ਉਹ ਕੰਮ ਨੇ ਜਿਹੜੇ ਮਨ ਕਰਕੇ, ਫਿਰ ਜ਼ੁਬਾਨ ਕਰਕੇ, ਫਿਰ ਸਰੀਰ ਕਰਕੇ। ਉਹ ਕੰਮ ਦੁਨੀਆ 'ਚ ਕਿਹੜਾ, ਜਿਹੜਾ ਨਾਮ ਜਪਣਾ ਤੇ ਧਿਆਨ ਟਿਕਾਉਣਾ, ਇੱਕ ਮਿਕ ਹੋਣਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ।
ਹਰ ਕੀਆਂ ਸਦਾ ਸਦਾ ਵਡਿਆਈਆਂ ਦੇ, ਨਾ ਪਛੋਤਾਏ ਹਉ ਹਰ ਕੈ ਸਦ ਬਲਿਹਾਰਣੈ, ਜਿਤ ਸੇਵਿਆ ਸੁਖ ਪਾਏ। ਮਹਾਰਾਜ ਕਹਿੰਦੇ ਨੇ ਹੁਣ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਆਪਣਾ ਆਪ ਉਸ ਗੁਰਮੁਖ ਨੂੰ ਜਣਾ ਦਿੰਦੇ ਨੇ ਹੈਨ ਕੋਲੇ ਹੀ, ਕਿਉਂਕਿ ਉਹਨਾਂ ਦੀ ਸ਼ਕਤੀ ਇੰਨੀ ਜ਼ਿਆਦਾ ਹੈ ਕਿ ਬੰਦੇ ਉੱਤੇ ਪਰਦਾ ਪਾ ਦਿੰਦੇ ਨੇ, ਬੁੱਧੀ ਤੇ ਪਰਦਾ ਪਾ ਦਿੰਦੇ ਨੇ। ਕਿਉਂਕਿ ਆਪਾਂ ਤੇ ਕਹੀਏ ਕਿ ਮੈਨੂੰ ਰੱਬ ਦਿਖਾਓ ਜਾਂ ਮੈਨੂੰ ਰੱਬ ਦਰਸ਼ਨ ਦੇਵੇ, ਜੇ ਅਸੀਂ ਰੱਬ ਨੂੰ ਵੀ ਬੇਨਤੀ ਕਰੀਏ, ਧੰਨੇ ਭਗਤ ਨੇ ਕਿਹਾ ਮਹਾਰਾਜ ਇਹ ਤਰਲੋਚਨ ਬ੍ਰਾਹਮਣ ਕਹਿੰਦਾ ਮੈਨੂੰ ਦਰਸ਼ਨ ਦੇ ਦਿਓ, ਕਹਿੰਦਾ ਧੰਨਿਆ ਇਹ ਕਿੱਥੋਂ ਠੱਗ ਲੱਭ ਲਿਆ ਤੂੰ, ਇਹ ਤੇਰੇ ਨਾਲ ਕਿੰਨਾ ਧੋਖਾ ਕੀਤਾ ਇਹਨੇ, ਇਹਨੂੰ ਅਸੀਂ ਦਰਸ਼ਨ ਦੇਣੇ। ਤਰਲੋਚਨ ਕਹਿੰਦਾ ਧੰਨਿਆ ਮੈਨੂੰ ਦਰਸ਼ਨ ਕਰਾ ਦੇ। ਧੰਨੇ ਨੂੰ ਕੋਲ ਖੜੇ ਦਿਖਦੇ ਨੇ ਪਰ ਤਰਲੋਚਨ ਬ੍ਰਾਹਮਣ ਨੂੰ ਦਿਖਦੇ ਨਹੀਂ। ਦੇਖੋ ਹੈ ਦੋਨੋਂ ਮਨੁੱਖ ਹੀ ਨੇ, ਪਰ ਉਹ ਭਗਤ ਹੈ। ਭੈ ਦੇ ਸਹਿਤ ਗਤੀ ਕਲਿਆਣ ਨੂੰ ਪ੍ਰਾਪਤ ਕਰਨ ਵਾਲੇ ਨੂੰ ਭਗਤ ਕਹਿੰਦੇ। ਜੇ ਡਰ ਦੇ ਅੰਦਰ ਰਹਿ ਕੇ ਭਗਤੀ ਕੀਤੀ, ਤਰਲੋਚਨ ਕਿਹੜਾ ਡਰਦਾ ਸੀ ਰੱਬ ਤੋਂ, ਪੱਥਰ ਦੇ ਉੱਤੇ ਐਵੇਂ ਹੀ ਲਪੇਟ ਕੇ ਕੱਪੜਾ ਜਾ ਕੇ ਇਹ ਰੱਬ ਹੈ। ਉਹ ਤੇ ਫਿਰ ਧੰਨਾ ਜੀ ਨੂੰ ਭਾਵਨਾ ਜਾਗੀ ਅੰਦਰੋਂ ਵੀ ਭਗਤੀ ਨਾਲ ਪਰਮਾਤਮਾ ਦੀ ਪ੍ਰਾਪਤੀ, ਇਹ ਬਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਭਗਤੀ ਨਾਲ ਪ੍ਰਾਪਤੀ ਕੀਤੀ, ਪਰ ਇੱਕ ਵਾਰ ਤਾਂ ਉਹਨੇ ਧੋਖਾ ਦਿੱਤਾ ਉਹਨੂੰ। ਨਾਨਕ ਗੁਰਮੁਖ ਚੋਟ ਨਾ ਖਾਵੈ। ਹੁਣ ਮਹਾਰਾਜ ਕਹਿੰਦੇ ਕਿ ਗੁਰਮੁਖ ਜਿਹੜਾ ਜੀਵੜਾ ਹੈ ਉਹ ਮਾਇਆ ਮੋਹ ਆਦਿਕ ਵਿਕਾਰਾਂ ਦੀ ਚੋਟ ਤੋਂ ਭਾਵ ਸੱਟ ਨਹੀਂ ਖਾਂਦਾ। ਕੀ ਕਹਿੰਦੇ ਜਪਜੀ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਆ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਮਹਾਰਾਜ ਕਹਿੰਦੇ ਨੇ ਉਹ ਜਿਹੜੇ ਗੁਰਮੁਖ ਨੇ ਉਹ ਕਿਤੋਂ ਵੀ ਸੱਟ ਨਹੀਂ ਖਾਂਦੇ। ਮਾਇਆ ਦੀ ਚੋਟ, ਜਮਾਂ ਦੀ ਚੋਟ, ਉਹ ਕਈ ਪ੍ਰਕਾਰ ਦੇ ਦੰਡ ਕਹਿੰਦੇ ਨੇ, ਉਹ ਵੀ ਦੰਡ ਉਹਨਾਂ ਨੂੰ ਨਹੀਂ ਲੱਗਦੇ, ਪ੍ਰਤੱਖ ਵੀ ਚੋਟ ਨਹੀਂ ਲੱਗਦੀ। ਦੇਖੋ ਹੈਰਾਨਗੀ ਦੀ ਗੱਲ ਆ ਨਾ, ਬੰਦ ਕੱਟਿਆ ਜਾ ਰਿਹਾ ਸੀ ਤੱਕ ਨਹੀਂ, ਤਿਉੜੀ ਨਹੀਂ ਪਾਈ, ਕਿਉਂਕਿ ਆਤਮਾ ਸਰੀਰ ਨਾਲੋਂ ਵੀ ਵੱਖਰੀ ਕਰ ਲਈ। ਇਹ ਇੱਕ ਅਵਸਥਾ ਹੈ। ਹੁਣ ਆਪਾਂ ਕਿੱਥੇ ਕਰ ਸਕਦੇ ਹਾਂ, ਮਿਹਨਤ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਗੁਰਮੁਖ ਨਾਮ ਦਾਨ ਇਸਨਾਨ। ਗੁਰਮੁਖ ਜਿਹੜੇ ਗੁਰੂ ਅਨੁਸਾਰੀ ਸਿੱਖ ਨੇ ਨਾ, ਉਹ ਆਪ ਨਾਮ ਜਪਦੇ ਨੇ, ਹੋਰਨਾਂ ਨੂੰ ਨਾਮ ਦਿੰਦੇ ਨੇ, ਜਪਾਉਂਦੇ ਨੇ। ਉਹ ਜਿਹੜਾ ਅਸੂਲ ਹੈ ਨਾ ਪੰਜਾਂ ਪਿਆਰਿਆਂ ਤੋਂ ਨਾਮ ਦੀ ਪ੍ਰਾਪਤੀ, ਉਹ ਮੁੱਖ ਅਸੂਲ ਹੈ। ਜਿਵੇਂ ਸਕੂਲ ਦੇ ਵਿੱਚ ਐਡਮਿਸ਼ਨ ਬੜੀ ਜ਼ਰੂਰੀ ਹੈ। ਪੜ੍ਹਾਈ ਕਰਨ ਲਈ ਊੜਾ ਐੜਾ ਤੇ ਜਾਂ ABC ਆਦਿਕ ਸਿੱਖਣੀ ਮੁੱਢਲੀ ਚੀਜ਼ ਹੈ, ਮੁੱਢਲੀ ਗੱਲ ਹੈ। ਆਪਾਂ ਇਹ ਤੇ ਮਨ 'ਚ ਹੀ ਰੱਖਣਾ ਕਿ ਮੁੱਢਲੀ ਜਿਹੜੀ ਗੱਲ ਹੈ ਉਹ ਹੈ ਅੰਮ੍ਰਿਤ ਛਕਣਾ, 5 ਕਕਾਰ ਪਹਿਨਣੇ, ਕੁਰੈਤਾਂ ਤੋਂ ਬਚਣਾ, 5 ਬਾਣੀਆਂ ਪੜ੍ਹਨੀਆਂ। ਇਹ ਮੁੱਢਲੇ ਕਾਰਜ ਨੇ ਸਾਡੇ। ਹੁਣ ਇਹ ਕਥਾ ਉਦੋਂ ਬਾਅਦ ਹੀ ਸਮਝ ਲੈਣਾ ਕਿ ਉਹ ਤੇ ਹੈ ਹੀ ਹੈ ਨਾ। ਵਿਦਿਆਰਥੀ ਬਿਨਾਂ ਐਡਮਿਸ਼ਨ ਤੋਂ ਸਕੂਲ 'ਚ ਨਹੀਂ ਬਿਠਾਉਂਦੇ ਉਹਨੂੰ, ਉਹ ਤਾਂ ਪਹਿਲਾਂ ਹੈ ਹੀ, ਤਾਂ ਹੀ ਤਾਂ ਕਲਾਸ 'ਚ ਬੈਠਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਭਾਈ ਤੁਸੀਂ ਅੰਮ੍ਰਿਤ ਛਕਿਆ ਤਾਂ ਇਹ ਗੱਲ ਕਰ ਰਹੇ ਆ ਕਿ ਗੁਰਮੁਖ ਨਾਮ ਆਪ ਜਪਦਾ, ਹੋਰਨਾਂ ਨੂੰ ਨਾਮ ਜਪਾਉਂਦਾ, ਨਾਮਦਾਨ ਦਿੰਦਾ, ਕਿਉਂਕਿ ਗੁਰਮੁਖ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਇੱਕ ਵਾਰੀ ਵਾਹਿਗੁਰੂ ਸਾਡੇ ਹਿਰਦੇ 'ਚ ਵਸ ਜਾਂਦਾ। ਅਤੇ ਕਹਿੰਦੇ ਇਸ਼ਨਾਨ ਕਰਦਾ ਗੁਰਮੁਖ, ਆਪ ਇਸ਼ਨਾਨ ਕਰਨਾ। ਮਹਾਂਪੁਰਸ਼ ਐਸਾ ਹੀ ਕਰਦੇ ਨੇ, ਆਪ 2 ਵਜੇ ਉੱਠਣਾ, ਨਾਲਦਿਆਂ ਨੂੰ ਉਠਾਉਣਾ, ਕਰੋ ਭਾਈ ਇਸ਼ਨਾਨ, ਪੜ੍ਹੋ ਭਾਈ 5 ਬਾਣੀਆਂ, ਕਰੋ ਭਾਈ ਸੁਖਮਨੀ ਸਾਹਿਬ ਦਾ ਪਾਠ, ਮੱਥਾ ਟੇਕੋ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਵਰਤਾਓ ਭਾਈ ਲੰਗਰ, ਕਰੋ ਸੇਵਾ। ਕਿਉਂਕਿ ਗੁਰਮੁਖ ਜਿਹੜੇ ਹੁੰਦੇ ਨੇ ਉਹ ਕਰਮ ਕਰਦੇ ਨੇ ਤੇ ਕਰਵਾਉਂਦੇ ਨੇ। ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖ ਰੱਬੀ ਦਰਗਾਹ ਦੇ ਵਿੱਚ ਆਦਰ ਵੀ ਪ੍ਰਾਪਤ ਕਰਦੇ ਨੇ ਗੁਰਮੁਖ, ਪਰ ਪਹਿਲਾਂ ਉਹਨਾਂ ਦਾ ਧਿਆਨ ਲੱਗਦਾ ਸਹਿਜੇ ਧਿਆਨ ਲੱਗਣ ਕਰਕੇ ਫਿਰ ਉਹਨਾਂ ਨੂੰ ਮਾਣ ਆਦਰ ਸਤਿਕਾਰ ਪ੍ਰਾਪਤ ਹੁੰਦਾ। ਕਿਉਂਕਿ ਆਪਾਂ ਕਹਿੰਦੇ ਮੇਰਾ ਧਿਆਨ ਨਹੀਂ ਲੱਗਦਾ ਨਾਮ ਦੇ ਵਿੱਚ। ਮਹਾਰਾਜ ਕਹਿੰਦੇ ਸੁਣਿਆ ਲਾਗੈ ਸਹਿਜ ਧਿਆਨ। ਨਾਮ ਨੂੰ ਸੁਣਨੇ ਕਰਕੇ ਸਹਿਜੇ ਧਿਆਨ, ਕਿਉਂ ਕੰਨਾਂ ਨਾਲ ਤੇ ਆਪਾਂ ਬਾਣੀ ਸੁਣਨੀ ਨਾ ਹੋਈ,
ਤੇ ਨਾ ਤੇ ਆਪਾਂ ਕਦੇ ਕੰਨਾਂ ਨਾਲ ਬਾਣੀ ਸੁਣੀ, ਨਾ ਕਦੇ ਆਪਾਂ ਨੇ ਵਾਹਿਗੁਰੂ ਮੰਤਰ ਕੰਨਾਂ ਨਾਲ ਸੁਣਨਾ, ਫਿਰ ਮੂਲ ਮੰਤਰ ਨਹੀਂ ਸੁਣਨਾ, ਫਿਰ ਧਿਆਨ ਕਿਵੇਂ ਲੱਗਣਾ? ਧਿਆਨ ਉਦੋਂ ਲੱਗਦਾ ਜਦੋਂ ਆਪਾਂ ਧਿਆਨ ਦੇ ਨਾਲ ਅਰਦਾਸ 'ਚ ਖੜੇ ਹੋ ਕੇ ਧਿਆਨ ਕਰੀਏ। ਪ੍ਰਿਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਧਿਆਨ ਗੁਰੂ ਨਾਨਕ ਦੇਵ ਜੀ ਜਾਵੇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਧਿਆਨ ਜਾਂਦਾ ਉੱਥੇ ਨੂੰ। 5 ਪਿਆਰਿਆਂ ਦੇ 9, 4 ਸਾਹਿਬਜ਼ਾਦਿਆਂ ਦੇ 40 ਮੁਕਤੇ ਹਠੀ ਜਪੀ ਤਪੀ ਧਿਆਨ ਜਾਂਦਾ। ਮੂਲ ਮੰਤਰ ਪੜ੍ਹਦਿਆਂ ਜਾਂਦਾ ਹੈ ਧਿਆਨ। ਸਤਨਾਮ ਦਾ ਭਾਵ ਕੀ ਹੈ? ਕਰਤਾ ਪੁਰਖ। ਇਉਂ ਸਾਡਾ ਧਿਆਨ ਜਦੋਂ ਜਾਂਦਾ ਹੈ ਨਾ, ਲਾਗੇ ਸਹਿਜ ਧਿਆਨ। ਸੁਣਨ ਨਾਲ ਸਹਿਜੇ ਧਿਆਨ ਲੱਗਦਾ। ਮਨ ਟਿਕਾਉਣਾ ਇਸੇ ਕਰਕੇ ਗੁਰੂ ਘਰ ਸੌਖਾ ਹੈ ਕਿ ਸੁਣੋ। ਸੁਣਿਆ ਸਤ ਸੰਤੋਖ ਗਿਆਨ, ਗੁਰਮੁਖ ਪਾਵੈ ਦਰਗਹਿ ਮਾਨ। ਜਦੋਂ ਧਿਆਨ ਲੱਗ ਜਾਂਦਾ ਪਰਮਾਤਮਾ ਵੱਲ ਸਾਡਾ, ਉਹ ਧਿਆਨ ਹੀ ਮੰਗਦੇ ਨੇ। ਬਸ ਥੋੜਾ ਜਿਹਾ ਧਿਆਨ ਰੱਖੋ ਜ਼ਰੂਰ। ਧਿਆਨ ਰੱਖਦੇ ਆਂ। ਵਿਆਹ ਸ਼ਾਦੀਆਂ ਦੇ ਕਾਰਜ ਹੁੰਦੇ ਨੇ, ਘਰਾਂ ਵਿੱਚ ਹੋਰ ਕਾਰਜ ਹੁੰਦੇ ਨੇ। ਘਰ ਦਾ ਵੱਡਾ ਬਜ਼ੁਰਗ ਘਰ ਬੈਠਾ, ਆਪਾਂ ਉਹਦਾ ਧਿਆਨ ਰੱਖਦੇ ਆਂ ਕਿ ਪਹਿਲਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਓ, ਪਹਿਲਾਂ ਉਹਨਾਂ ਨੂੰ ਵਸਤਰ ਪਹਿਨਾਓ, ਉਹਨਾਂ ਨੂੰ ਐਂ ਕਰੋ। ਪਹਿਲਾਂ ਵੱਡੇ ਘਰ 'ਚ ਬੈਠੇ ਨੇ, ਵੱਡਿਆਂ ਨੂੰ ਪਹਿਲਾਂ ਲੈ ਕੇ ਤੁਰਦੇ ਆਂ ਨਾਲ। ਵੱਡਿਆਂ ਦਾ ਸਤਿਕਾਰ ਕਰਦੇ ਆਂ, ਪਰ ਵੱਡਾ ਤੇ ਹੈ ਪਰਮਾਤਮਾ। ਵੱਡਾ ਧੰਨ ਗੁਰੂ ਗ੍ਰੰਥ ਸਾਹਿਬ, ਵੱਡੇ ਗੁਰੂ ਨਾਨਕ ਦੇਵ ਜੀ, ਪਹਿਲਾਂ ਉਹਨਾਂ ਦਾ ਧਿਆਨ ਕਰੋ। ਕਿਤਨੇ ਸਿਆਣੇ ਗੁਰਸਿੱਖ ਨੇ ਕਿ ਕਿਸੇ ਵੀ ਕਾਰਜ ਵਿੱਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਲਈ ਸੁੰਦਰ ਰੁਮਾਲਾ ਸਾਹਿਬ ਖਰੀਦਦੇ ਨੇ। ਵਿਆਹ ਦੇ ਕੱਪੜੇ ਖਰੀਦਣ ਤੋਂ ਪਹਿਲਾਂ ਮੇਰੇ ਸਤਿਗੁਰੂ ਵਾਸਤੇ ਮੈਂ ਕੁਝ ਕਾਰਜ ਕਰਾਂ। ਕੋਈ ਵੀ ਕੰਮ ਕਰਨਾ ਹੈ। ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਅੰਬ ਛਕਿਆ, ਧਿਆਨ ਕੀਤਾ ਗੁਰੂ ਅਮਰਦਾਸ ਜੀ ਨੇ, ਮੇਰੇ ਸਤਿਗੁਰੂ ਤੁਸੀਂ ਛਕੋ। ਗੋਬਿੰਦ ਭਾਉ ਭਗਤ ਦਾ ਭੁੱਖਾ, ਅੰਬ ਦਾ ਭੁੱਖਾ ਨਹੀਂ, ਭਾਉ ਭਗਤ ਦਾ ਭੁੱਖਾ। ਸਿਰਫ ਰੋਟੀ ਖਾਣ ਵੇਲੇ, ਚਾਹ ਪੀਣ ਵੇਲੇ, ਕੋਈ ਬਰਫੀ ਮਠਿਆਈ ਫਲ ਫਰੂਟ ਕੋ ਖਾਣ ਤੋਂ ਪਹਿਲਾਂ ਵੱਡਾ ਬੰਦਾ ਕੋਈ ਲਾਗੇ ਬੈਠਾ ਹੈ, ਕੀ ਕਹਿੰਦੇ ਆ? ਲਓ ਜੀ ਤੁਸੀਂ ਛਕੋ ਪਹਿਲਾਂ। ਜਾਂ ਤਾਂ ਉਹ ਵਿੱਚੋਂ ਲੈ ਲਵੇਗਾ, ਜਾਂ ਉਹ ਕਹੇਗਾ ਨਹੀਂ ਮੈਂ ਛਕ ਕੇ ਆਇਆ ਹਾਂ। ਉਹ ਇੰਨੇ 'ਚ ਖੁਸ਼ ਹੋ ਜਾਂਦਾ ਹੈ, ਫੁੱਲਿਆ ਨਹੀਂ ਸਮਾਉਂਦਾ, ਮੈਨੂੰ ਪੁੱਛਿਆ। ਤੇ ਜੇ ਲਾਗੇ ਬੈਠੇ ਨੂੰ ਪੁੱਛੋ ਹੀ ਨਾ ਤੇ ਆਪੇ ਹੀ ਖਾਣਾ ਸ਼ੁਰੂ ਕਰ ਦਿਓ, ਅਗਲਾ ਕਹਿੰਦਾ ਇਹ ਬੰਦੇ ਨੂੰ ਚੱਜ ਨਹੀਂ, ਇਹਨੂੰ ਅਕਲ ਨਹੀਂ, ਇਹਨੇ ਮੇਰੀ ਰਿਸਪੈਕਟ ਹੀ ਨਹੀਂ ਕੀਤੀ। ਜਦੋਂ ਵੀ ਕੋਈ ਕਰਮ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰਨੀ ਕਿ ਮਹਾਰਾਜ ਜੀ ਇਹ ਤੁਸੀਂ ਛਕੋ। ਮਹਾਰਾਜ ਜੀ ਇਹ ਤਾਂ ਤੁਹਾਨੂੰ ਚੰਗਾ ਲੱਗਦਾ ਬਸਤਰ, ਕਹਿਣਾ ਹੀ ਹੈ। ਜਿਹੜਾ 3 ਲੋਕਾਂ ਦਾ ਮਾਲਕ ਸਾਨੂੰ ਦਿੰਦਾ, ਉਹਨੂੰ ਤਾਂ ਕੋਈ ਵੀ ਇੱਛਾ ਨਹੀਂ ਹੈ, ਸਿਰਫ ਵੱਡਿਆਂ ਦਾ ਸਤਿਕਾਰ। ਬਸ ਇੰਨੇ 'ਚ ਹੀ ਸਤਿਗੁਰੂ ਪ੍ਰਸੰਨ ਹੁੰਦੇ। ਮੇਰੇ ਸਿੱਖ ਦਾ ਮੇਰੇ ਵੱਲ ਧਿਆਨ ਹੈ। ਬਾਜ਼ਾਰ ਵਿੱਚ ਆਪਾਂ ਜਾਂਦੇ ਹਾਂ, ਮਾਰਕੀਟ ਵਿੱਚ ਜਾਂਦੇ ਹਾਂ, ਕੋਈ ਚੰਗੀ ਚੀਜ਼ ਖਾਣ ਲੱਗਦੇ ਹਾਂ। ਨਵੀਂ ਸ਼ਾਦੀ ਹੋਈ ਹੈ, ਇਸਤਰੀ ਵਾਸਤੇ ਜ਼ਰੂਰ ਖਾਣ ਵਾਲੀ ਚੀਜ਼ ਲੈ ਕੇ ਜਾਂਦਾ ਕਿ ਉਹ ਇਹ ਸਵਾਦਲੀ ਚੀਜ਼ ਆਪਣੀ ਇਸਤਰੀ ਨੂੰ ਖਵਾਵਾਂ। ਧਿਆਨ ਜਾਂਦਾ ਉਹਦੇ 'ਚ। ਬੱਚੇ ਹੋ ਗਏ ਤਾਂ ਫਿਰ ਜਦੋਂ ਖਾਣ ਲੱਗਦੇ ਨੇ, ਕਿੰਨੀ ਦੂਰ ਬੈਠੇ ਹੋਈਏ, ਕਾਸ਼ ਮੇਰੇ ਬੱਚੇ ਵੀ ਇਹ ਮਠਿਆਈ ਖਾਂਦੇ। ਬੱਚਿਆਂ 'ਚ ਧਿਆਨ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਸਿੱਖ ਦਾ ਧਿਆਨ ਗੁਰੂ 'ਚ ਜਾਂਦਾ ਹੈ। ਜਦੋਂ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਲਾਹੌਰ ਗਏ ਸੀ, ਸੋਹਣਾ ਕੱਪੜਾ ਦੇਖ ਕੇ ਧਿਆਨ ਸਤਿਗੁਰੂ ਅਮਰਦਾਸ ਵਿੱਚ ਚਲਿਆ ਗਿਆ ਕਿ ਕਾਸ਼ ਇਹ ਬਸਤਰ ਸਾਹਿਬਾਂ ਵਾਸਤੇ ਲੈ ਜਾਂਦਾ ਤੇ ਉਹ ਪਹਿਨਦੇ ਸੁੰਦਰ ਚੋਗਾ ਤੇ ਮੈਨੂੰ ਵੀ ਸੋਹਣਾ ਲੱਗਦਾ। ਕਿਉਂ ਭਾਈ, ਕੀ ਇਹਦਾ ਮੁੱਲ ਹੈ? ਇਹ ਤੇ ਭਾਈ ਇੰਨੇ ਆਨੇ ਮੁੱਲ ਹੈ, ਇੰਨੇ ਕੱਪੜਾ ਲੱਗੇਗਾ। ਜੇਬ 'ਚ ਦੇਖਿਆ ਪੈਸੇ, ਭਈ ਹਲੇ ਇੰਨਾ ਮੈਂ ਮਾਇਆ ਨਾਲ ਨਹੀਂ ਲੈ ਕੇ ਆਇਆ। ਉਸ ਵਕਤ ਫਿਰ ਇੱਕ ਪ੍ਰੇਮ ਭਾਵਨਾ ਵਿੱਚ ਜੁੜ ਕੇ ਖੜੇ ਵੀ ਇੰਨਾ ਕੱਪੜਾ ਜੇ ਲੈ ਜਾਂਦਾ, ਉੱਥੇ ਸਵਾਉਂਦਾ, ਫਿਰ ਉਹਨਾਂ ਨੂੰ ਮੈਂ ਪਹਿਨਾਉਂਦਾ, ਉਹ ਇਸ ਤਰ੍ਹਾਂ ਪਾਉਂਦੇ ਤੇ ਤਣੀਆਂ ਕੱਸਦੇ ਤੇ ਐ ਸੋਹਣਾ ਲੱਗਣਾ। ਇੱਕ ਆਪਾਂ ਵੀ ਆਪਣੀ ਦੇਖੋ ਮਨੁੱਖ ਦੀ ਫਿਤਰਤ ਕੀ ਹੈ, ਕੱਪੜਾ ਖਰੀਦਣ ਵੇਲੇ ਨਾ ਇੱਕ ਘੜੀ ਆਪਾਂ 1 ਸਕਿੰਟ ਅੱਖਾਂ ਜੀਆਂ ਬੰਦ ਕਰਕੇ ਉਹ ਕੱਪੜੇ ਨੂੰ ਇਮੈਜਿਨ ਕਰਦੇ ਵੀ ਜੇ ਮੇਰੇ ਪਾਇਆ ਹੋਵੇ ਸੂਟ ਤਾਂ ਕਿੰਨਾ ਸੋਹਣਾ ਲੱਗੇਗਾ। ਫਿਰ ਸਿਲੈਕਟ ਕਰਦੇ ਆ ਕੱਪੜਾ, ਜਚੇਗਾ ਤਾਂ ਵੈਸੇ ਬਹੁਤ।
ਇਸਤਰੀ ਕਹੇ, ਕਿਉਂ ਜੀ, ਇਹ ਸੂਟ ਮੈਨੂੰ ਕਿਵੇਂ ਲੱਗੇਗਾ? ਕਹਿੰਦੇ ਜਚੇਗਾ ਤਾਂ ਬਹੁਤ, ਮੈਂ ਹੁਣ ਦੇਖਿਆ ਧਿਆਨ ਕਰਕੇ ਵੀ ਜੇ ਪਾਇਆ। ਪਤੀ ਨੂੰ ਪਤੀ ਪੁੱਛਦਾ, ਮੈਨੂੰ ਇਹ ਕਿਵੇਂ ਲੱਗੇਗਾ? ਕਹਿੰਦੇ ਇਹ ਦਸਤਾਰ ਤੁਹਾਨੂੰ ਬਹੁਤ ਜਚੇਗੀ, ਇਹ ਮੈਚ ਕਰਦੀ ਆ ਕਮੀਜ਼ ਦੇ ਨਾਲ। ਮਹਾਰਾਜ ਕਹਿੰਦੇ ਨੇ ਗੁਰਸਿੱਖ ਦਾ ਧਿਆਨ ਹਮੇਸ਼ਾ ਸਤਿਗੁਰੂ ਵੱਲ ਹੁੰਦਾ ਹੈ। ਮਾਇਆ ਮੋਹ ਮਮਤਾ ਤੋਂ ਉੱਤੇ ਉੱਠ ਕੇ ਉਹ ਸਤਿਗੁਰੂ ਵੱਲ ਧਿਆਨ ਕਰਦਾ ਹੈ। ਅੰਬ ਲੈ ਲਿਆ ਬੜਾ ਸੋਹਣਾ ਅਗੇਤਰਾ ਚੇਤ ਦੇ ਮਹੀਨੇ 'ਚ, ਰਾਹ 'ਚ ਜਾਂਦਿਆਂ ਜਾਂਦਿਆਂ ਹੁਣ ਅੰਬ ਹੱਥ 'ਚ ਪਕੜਿਆ ਹੋਇਆ, ਫੁੱਟਣ ਲੱਗ ਪਿਆ, ਵਿੱਚੋਂ ਰਸਣ ਲੱਗ ਪਿਆ। 6-7 ਕਿਲੋਮੀਟਰ ਪਹਿਲਾਂ ਹੀ ਸੋਚਿਆ ਉੱਥੇ ਤੱਕ, ਕਿਉਂ ਪੈਦਲ ਕੇ ਜਾਣਾ ਸੀ ਨਾ, ਕਿਹੜਾ ਵੀ ਕਾਰਾਂ ਸੀ ਉਦੋਂ, ਗਰਮੀਆਂ ਦੀ ਰੁੱਤ। ਕਹਿਣ ਲੱਗੇ ਹੁਣ ਤੇ ਫਟ ਚੱਲਿਆ ਹੈ, ਚਲੋ ਧੋਤਾ ਅੰਬ ਧੋ ਕੇ ਫਿਰ ਗੁਰੂ ਅਮਰਦਾਸ ਜੀ ਦਾ ਧਿਆਨ ਕਰਕੇ ਮਹਾਰਾਜ ਤੁਸੀਂ ਛਕੋ। ਧਿਆਨ ਕਰਕੇ ਧੰਨ ਗੁਰੂ ਅਮਰਦਾਸ ਕਹਿ ਕੇ, ਵਾਹਿਗੁਰੂ ਕਹਿ ਕੇ ਉਹ ਅੰਬ ਚੂਪ ਲਿਆ। ਇਧਰੋਂ ਸਤਿਗੁਰੂ ਅਮਰਦਾਸ ਜੀ ਜਿਵੇਂ ਅੰਬ ਦੀ ਗੁਠਲੀ ਚੂਪਦੇ ਨੇ, ਉਹ ਚੂਪਣ ਦੀ ਕਿਰਿਆ ਕੀਤੀ ਭਾਈ ਬੱਲੂ। ਹੁਣ ਇਹ ਰੂਹਾਨੀ ਚੀਜ਼ਾਂ ਆ ਜਾਂਦੀਆਂ, ਆਮ ਬੰਦੇ ਨੂੰ ਇਹ ਤੇ ਭਰੋਸਾ ਨਹੀਂ ਆਉਂਦਾ, ਦੇਖਿਆ ਹੀ ਅਸਲ ਭਰੋਸਾ ਆਉਂਦਾ। ਹਾਲੇ ਵੀ ਗਿਟਕ ਰੱਖਦੇ ਆ, ਹੁਣ ਭਾਈ ਜੇਠਾ ਆ ਰਿਹਾ, ਉਹਨੂੰ ਦਿਖਾਵਾਂਗੇ। ਸੋ ਕਹਿਣ ਦਾ ਭਾਵ ਹੈ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਕੋਈ ਸਾਡੀਆਂ ਚੀਜ਼ਾਂ ਦਾ ਭੁੱਖਾ ਨਹੀਂ। ਭਾਵਨਾ ਨਾਲ ਇੱਕ ਵਾਰ ਜੇ ਧਿਆਨ ਕਰ ਲਈਏ ਸੱਚੇ ਪਾਤਸ਼ਾਹ, ਕਿਉਂਕਿ ਆਮ ਪੁਰਾਤਨ ਰਿਵਾਜ ਮਹਾਂਪੁਰਸ਼ਾਂ ਨਾਲ ਰਹਿੰਦਿਆਂ ਦੇਖਿਆ ਕੋਈ ਨਵਾਂ ਬਸਤਰ ਸਮਾਉਣਾ। ਸੋ ਅਚਾਨਕ ਇੱਕ ਵਾਰੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਆਪਣਾ ਨਵਾਂ ਚੋਲਾ ਸਮਾਇਆ। ਗੁਰਦਾਸਪੁਰ ਦੀ ਗੱਲ ਹੈ। ਮੈਂ ਸਵੇਰੇ ਹਲੇ ਸੁੱਤਾ ਉੱਠ ਕੇ ਉਧਰੋਂ, ਜਿਵੇਂ ਬੰਦਾ ਸੁੱਤਾ ਵੇਸਲਾ ਜੇ ਹੁੰਦਾ, ਬਾਹਰ ਹੀ ਨਿਕਲਿਆ। ਬਾਹਰ ਨਲਕੇ ਤੇ ਇਸ਼ਨਾਨ ਕਰਦਿਆਂ ਇੱਕਦਮ ਉਹ ਚੋਲਾ ਜਿਹੜਾ ਸੀ ਮੇਰੇ ਗੋਡਿਆਂ ਨੂੰ ਲਾਤਾ। ਮੈਂ ਇੱਕਦਮ ਅੱਖਾਂ ਖੋਲ ਕੇ ਬੜਾ ਭੈ ਭੀਜਿਆ ਹੋਇਆ ਵੀ ਇਹ ਕੀ। ਮੈਂ ਮਹਾਰਾਜ ਇਹ ਕੀ ਗੱਲ? ਕਹਿੰਦੇ ਨਵਾਂ ਚੋਲਾ ਸਮਾਇਆ ਭਾਈ, ਪਹਿਲਾਂ ਸਿੰਘੋ ਤੁਹਾਨੂੰ ਪਵੇ ਫੇਰ ਮੈਨੂੰ ਪਵੇ। ਵਾਹਿਗੁਰੂ ਆਖੋ। ਇਤਨੀ ਸ਼ਰਧਾ ਸੀ ਖਾਲਸੇ ਤੇ ਸਿੰਘਾਂ ਤੇ। ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਦਾ ਸਿੱਖ, ਪੜ੍ਹਦਾ ਕਿ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮਹਿੰਡਾ ਨਾਨਕ ਸਾਰ ਨਾ ਜਾਣਾ ਤੇਰੀ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਚੀਜ਼ਾਂ ਧਿਆਨ ਦੇ ਕੇ ਨੋਟ ਕਰਨ ਵਾਲੀਆਂ ਨੇ। ਆਪਾਂ ਤਾਂ ਕੱਪੜਾ ਪਾਉਣ ਲੱਗਿਆ ਮਿੰਟ ਨਹੀਂ ਲਾਉਂਦੇ। ਕਦੇ ਸਤਿਗੁਰੂ ਦਾ ਧਿਆਨ ਹੀ ਨਹੀਂ ਆਇਆ ਕਿ ਮਹਾਰਾਜ ਨਵਾਂ ਕੱਪੜਾ ਹੈ, ਸੁਖੰਡਣਾ ਹੋਵੇ, ਨਵਾਂ ਮਕਾਨ ਹੈ, ਚਲੋ ਉਹ ਤਾਂ ਝੱਟ ਕਰ ਲੈਂਦੇ ਆ। ਨਵੀਂ ਗੱਡੀ ਹੈ, ਕਦੇ ਖਿਆਲ ਆਇਆ ਕਿ ਨਵੀਂ ਗੱਡੀ ਲਈ ਪਹਿਲਾਂ ਗੁਰੂ ਗ੍ਰੰਥ ਸਾਹਿਬ ਚਰਨ ਪਾਉਣ, ਜਾਂ ਪਹਿਲਾਂ 5 ਸਿੰਘ ਬਿਠਾ ਕੇ ਉਹਨਾਂ ਨੂੰ ਸੇਵਾ ਕਰੀਏ। ਆਪ ਸਾਰਾ ਟੱਬਰ ਬਹਿਣ ਦੀ ਕਰਦਾ ਵੀ ਨਵੀਂ ਗੱਡੀ ਲਈ ਆ। ਵੱਡਿਆਂ ਦਾ ਸਤਿਕਾਰ ਪਹਿਲਾਂ, 5 ਪਿਆਰਿਆਂ ਦਾ ਸਤਿਕਾਰ ਜਿਹੜਾ ਹੋਣਾ ਹੈ ਨਾ, ਇਹ ਬਹੁਤ ਜ਼ਿਆਦਾ ਸਤਿਕਾਰ ਕਰਨਾ। ਕਿਉਂ? ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਭਾਵੇਂ ਗਲਤੀ ਵੀ ਕਰ ਰਿਹਾ ਹਾਂ ਤਾਂ ਮਾਫ ਕਰਨਾ, ਪਰ ਮੈਂ ਤੁਹਾਨੂੰ ਸੰਗਤ ਨੂੰ ਇਹ ਬੇਨਤੀ ਦਾਸ ਕਰਦਾ, ਮੈਂ ਗਲਤੀ ਨਾਲ ਮੇਰੇ ਮੂੰਹ ਚੋਂ ਨਿਕਲ ਗਿਆ, ਮਾਫ ਕਰਨਾ। ਮੈਨੂੰ ਹੁਕਮ ਹੀ ਆ ਕਿ ਦਾਸ ਹੀ ਕਹਿਣਾ, ਮੈਂ ਨਹੀਂ ਕਹਿਣਾ। ਜਦੋਂ ਚਮਕੌਰ ਦੀ ਗੜੀ ਵਿੱਚ 5 ਸਿੰਘਾਂ ਦੇ ਅੱਗੇ ਨਾਲੀਅਰ 5 ਪੈਸੇ ਰੱਖ ਕੇ 5 ਪ੍ਰਕਰਮਾ ਕਰਕੇ 5 ਵਾਰੀ 10ਵੇਂ ਪਾਤਸ਼ਾਹ ਨੇ ਮਸਤਕ ਨਵਾਇਆ। ਗੁਰਤਾ ਗੱਦੀ ਖਾਲਸੇ ਨੂੰ ਦੇਤੀ ਹੈ। 11ਵੇਂ ਥਾਂ ਖਾਲਸਾ ਆ ਗਿਆ ਨਾ। ਪਤਾ ਨਹੀਂ ਮੈਂ ਗਲਤੀ ਹੋਵਾਂ ਕਿ ਠੀਕ ਹੈ, ਵਿਚਾਰ ਕਰ ਲਿਓ। 12ਵੀਂ ਵਾਰੀ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਾਤ ਬਖਸ਼ਿਸ਼ ਕੀਤੀ, ਉਦੋਂ 5 ਨੂੰ ਫੇਰ ਵਿੱਚ ਖੜਾ ਲਿਆ। 5 ਸਿੰਘਾਂ ਨੂੰ। 5 ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਕਿਸੇ ਸਿੰਘ ਨੂੰ ਮਹਾਰਾਜ ਦਰਸ਼ਨ ਹੋਏ ਸੀ 10ਵੇਂ ਪਾਤਸ਼ਾਹ ਦੇ। ਮਹਾਰਾਜ ਨੇ ਕਿਹਾ ਸੀ ਜਿੱਥੇ 5 ਪਿਆਰੇ ਤਿਆਰ ਪ੍ਰਤਿਆਰ ਖਾਲਸਾ ਹੁੰਦਾ ਨਾ, ਉੱਥੇ 10 ਸਰੂਪ ਹਾਜ਼ਰ ਹੁੰਦੇ ਨੇ, ਧਿਆਨ ਰੱਖਿਆ ਕਰੋ। ਪਰ ਇਹ ਵੀ ਹੁਣ ਤੇ ਜਣੇ ਖਣੇ ਨੂੰ ਆ ਦੇਖਿਆ ਕਈ ਥਾਈਂ ਪਿੰਡਾਂ ਵਿੱਚ ਉਹੀ 5 ਪਿਆਰਾ, ਆ ਵੀ ਤੇਰੇ ਚੱਲ ਦਾੜੀ ਰੱਖੇ ਆ ਜਾ ਲੱਗ ਜਾ ਬਈ। ਅਮਰ ਛਕਿਆ ਕਿ ਨਹੀਂ ਛਕਿਆ ਇਹ ਨਹੀਂ ਪਤਾ, ਪੀਲਾ ਚੋਲਾ ਪਵਾਤਾ। ਆਪਾਂ ਵੀ ਤਾਂ ਫਿਰ ਮਰਿਆਦਾ ਨੂੰ ਐਵੇਂ ਹੀ ਰੋਲ ਦਿੰਦੇ ਆ ਨਾ, ਪੂਰਨ ਮਰਿਆਦਾ ਨਹੀਂ ਹੈਗੀ। ਸਤਿਕਾਰ ਜਦੋਂ 5 ਦਾ ਕਰਾਂਗੇ, ਸਤਿਕਾਰ ਜਦੋਂ ਕੀਰਤਨੀਆਂ ਦਾ ਕਰਾਂਗੇ, ਸਤਿਕਾਰ ਜਦੋਂ ਗੁਰਮੁਖ ਪਿਆਰਿਆਂ ਦਾ, ਜਿਹੜੇ ਸਤਿਕਾਰ ਕਰਨ ਵਾਲੇ ਨੇ, ਸਤਿਕਾਰ ਉਹਨਾਂ ਦਾ ਕਰੋ। ਗੁਰੂ ਸਾਹਿਬ ਦਾ, 5 ਪਿਆਰਿਆਂ ਦਾ, ਗੁਰੂ ਘਰ ਦਾ। ਦੇਖੋ ਮਹਾਰਾਜਾ ਰਣਜੀਤ ਸਿੰਘ ਚਾਹੇ ਕਿਵੇਂ ਵੀ ਸੀ, ਜਿੱਥੇ ਜਾਣਾ ਪਹਿਲਾਂ ਕਹਿ ਦੇਣਾ, ਭਾਈ ਕਾਬਲ ਕੰਧਾਰ ਤੱਕ ਜਾਂਦੇ ਜਾਂ ਕਿਤੇ ਹੋਰ, ਭਾਈ ਮੇਰੇ ਪਲੰਗ ਦੇ ਜਿੱਧਰ ਨੂੰ ਮੈਂ ਪੈਰ ਕਰਨੇ ਉਹ ਹਰਮੰਦਰ ਸਾਹਿਬ ਵੱਲ ਨਾ ਹੋਣ, ਇਹ ਦਿਸ਼ਾ ਦਾ ਧਿਆਨ ਰੱਖ ਲੈ। ਇੱਕ ਸਿੱਖ ਦੀ ਸ਼ਰਧਾ ਹੀ ਹੁੰਦੀ ਆ।
ਆਪਣੇ ਤੇ ਗੁਰਦੁਆਰੇ ਵੀ ਜਿਹੜੇ ਕਮਰੇ ਬਣੇ ਆ ਉੱਥੇ ਜਿਹੜੇ ਪਏ ਹੁੰਦੇ ਨੇ, ਕਿਤੇ ਵੀ ਆ ਸਰਾਵਾਂ ਸਰੂਵਾਂ 'ਚ ਵੀ ਪੈਰ ਹਰਿਮੰਦਰ ਸਾਹਿਬ ਵੱਲ ਕਰਕੇ ਸੌਣਗੇ ਵੀ ਉਹ ਤਾਂ ਕੀ ਪ੍ਰਭਾਵ ਹੈ, ਉਹ ਤਾਂ ਵਿਚਾਲੇ ਤਾਂ ਕੰਧ ਹੈ ਜੀ। ਜਿੰਨੀ ਕੁ ਫਿਰ ਸ਼ਰਧਾ ਉਹਨਾਂ ਕੁ ਫਲ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਤਾਈਓ ਦਰਗਾਹ 'ਚ ਮਾਨ ਪਾਉਂਦੇ ਨੇ, ਜਿੰਨਾ ਗੁਰੂ ਦਾ ਮਾਣ ਕਰਨਾ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਧੰਨ ਗੁਰੂ ਅਰਜਨ ਦੇਵ ਜੀ ਪਲੰਗ ਦੇ ਥੱਲੇ ਕੱਪੜਾ ਵਿਛਾ ਕੇ ਉੱਥੇ ਬਿਰਾਜਮਾਨ ਹੋਏ ਨੇ, ਗੁਰੂ ਗ੍ਰੰਥ ਸਾਹਿਬ ਉੱਪਰ ਸੁਸ਼ੋਭਿਤ ਹੋਏ ਨੇ। ਦੇਖ ਲਓ ਕਿੰਨਾ ਸਤਿਕਾਰ ਹੋਇਆ। ਗੁਰਮੁਖ ਭਉ ਭੰਜਨ ਪ੍ਰਧਾਨ, ਗੁਰਮੁਖ ਭੈ ਨਾਸ ਕਰਨ ਵਾਲੇ ਪ੍ਰਧਾਨ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ। ਭਾਵ ਗੁਰਮੁਖ ਜਿਹੜੇ ਨੇ ਨਾ ਉਹ ਖੁਦ ਵੀ ਪ੍ਰਧਾਨ ਰੂਪ ਹੀ ਹੋ ਜਾਂਦੇ ਨੇ। ਭਉ ਭੰਜਨ ਇਹ ਅਸਲ ਵਿੱਚ ਇੱਕ ਚੀਜ਼ ਹੋ ਜਾਂਦੀ ਜਦੋਂ ਗੁਰਮੁਖ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਨਾ ਕਿ ਜਦੋਂ ਖਾਲਸਾ ਜਿਹੜਾ ਹੈ, ਖਾਲਸਾ ਮੇਰਾ ਰੂਪ ਹੈ ਖਾਸ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ, ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਇਹ ਅਸਲ ਵਿੱਚ ਮੈਂ ਕਥਨ ਕਰਾਂ ਕੋਈ ਗੱਲ ਤੁਸੀਂ ਸੁਣੋ ਤਾਂ ਤੁਹਾਨੂੰ ਯਕੀਨ ਨਹੀਂ ਆਵੇਗਾ, ਪਰ ਸੱਚ ਕਰਕੇ ਜਾਣਿਓ ਜਦੋਂ ਗੁਰਮੁਖ ਦੀ ਅਵਸਥਾ ਬਣਦੀ ਹੈ ਤਾਂ ਗੁਰਮੁਖ ਵਿੱਚ, ਗੁਰੂ ਵਿੱਚ, ਪਰਮੇਸ਼ਰ ਤਿੰਨਾਂ ਵਿੱਚ ਕੋਈ ਫਰਕ ਨਹੀਂ ਰਹਿੰਦਾ। ਕਿਉਂਕਿ ਉਹ ਪ੍ਰਕਾਸ਼ ਵੱਡੇ ਸਮੁੰਦਰ ਚੋਂ ਨਦੀ ਵਿੱਚ ਜਦੋਂ ਪਾਣੀ ਆਉਂਦਾ ਇੱਕੋ ਰੂਪ ਹੈ ਨਾ। ਨਦੀ ਦਾ ਪਾਣੀ ਜਦੋਂ ਝੀਲ ਵਿੱਚ ਚਲਿਆ ਜਾਂਦਾ, ਲੇਖ ਵਿੱਚ ਚਲਿਆ ਜਾਂਦਾ ਤਾਂ ਉਹ ਕਿੱਡੀ ਬੜੀ ਉਹ ਵੀ ਇੱਕੋ ਹੀ ਰੂਪ ਹੈ। ਇਹ ਫਿਰ ਇੱਕੋ ਹੀ ਰੂਪ ਹੋ ਜਾਇਆ ਕਰਦੇ ਨੇ। ਇਹ ਇੰਨਾ ਹੀ ਕਥਨ ਬਹੁਤ ਹੈ, ਕਿਉਂਕਿ ਇਹ ਤਾਂ ਗੁਰਮੁਖਾਂ ਨੂੰ ਜਿਨ੍ਹਾਂ ਦੀ ਅਵਸਥਾ ਬਣਦੀ ਪ੍ਰਕਾਸ਼ ਦਿਖਦਾ ਇਹ ਅਵਸਥਾ ਦਾ ਤਾਂ ਉਹਨਾਂ ਨੂੰ ਗਿਆਨ ਹੈ। ਸਾਰੀ ਦੁਨੀਆ ਨੂੰ ਇਹ ਗਿਆਨ ਨਹੀਂ ਹੋ ਸਕਦਾ। ਗੁਰਮੁਖ ਕਰਨੀ ਕਾਰ ਕਰਾਏ, ਗੁਰਮੁਖ ਸਤਿਗੁਰੂ ਦੀ ਦੱਸੀ ਹੋਈ ਜਿਹੜੀ ਕਾਰ ਹੈ ਨਾ, ਆਪ ਨਾਮ ਜਪਣਾ ਤੇ ਹੋਰਨਾਂ ਨੂੰ ਜਪਾਉਣਾ, ਇਹ ਕਾਰ ਕਰਾਉਂਦਾ। ਕਾਰ ਸੇਵਾ ਕਰਨੀ, ਕਾਰ ਸੇਵਾ ਕਰਾਉਣੀ, ਲੰਗਰ ਤਿਆਰ ਕਰਨਾ, ਲੰਗਰ ਤਿਆਰ ਕਰਵਾਉਣਾ, ਲੰਗਰ ਵਰਤਾਉਣਾ, ਭਾਂਡੇ ਮਾਂਜਣੇ। ਕਿਉਂਕਿ ਆਪਣੇ ਬਈ ਗੁਰੂ ਘਰ ਵਿੱਚ ਆਪਾਂ ਜੇ ਸਿੱਖੀ ਦੀ ਪ੍ਰਾਪਤੀ ਕਰਨੀ, ਚਾਹੇ ਹੁਣ ਐਵੇਂ ਕਹਿ ਲਈ ਕਿ ਫਲਾਨਾ ਬੜਾ ਅਮੀਰ, ਨਹੀਂ, ਬ੍ਰਹਮ ਗਿਆਨੀ ਨਾਲੋਂ ਅਮੀਰ ਕੋਈ ਨਹੀਂ ਹੁੰਦਾ। ਸੰਤ ਬਾਬਾ ਹਰਨਾਮ ਸਿੰਘ ਜੀ ਹਜੂਰ ਸਾਹਿਬ ਵਾਲੇ ਪਹਿਲਾਂ ਜਿਹੜੇ ਹੁੰਦੇ ਸੀ ਮਹਾਂਪੁਰਖ, ਰਾਤ ਨੂੰ ਹਨੇਰੇ 'ਚ ਬਹਿ ਕੇ 12 ਵਜੇ ਟੱਬ ਭਰ ਕੇ ਜੂਠੇ ਭਾਂਡਿਆਂ ਦਾ ਮਾਂਜਣਾ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਰਾਤ ਨੂੰ ਜੂਠੇ ਭਾਂਡੇ ਮਾਂਜਦੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸੇ ਰਾਤ ਨੂੰ ਲੁਕ ਕੇ ਜੂਠੇ ਭਾਂਡੇ ਮਾਂਜਣੇ। ਸੰਤ ਬਾਬਾ ਜਰਨੈਲ ਸਿੰਘ ਰਾਤ ਨੂੰ 12 ਵਜੇ ਸਿੰਘਾਂ ਦੇ ਜੋੜੇ ਝਾੜਦੇ। ਮੈਨੂੰ ਪਤਾ ਨਾ, ਮੈਂ ਨਾਲ ਹੀ ਹੁੰਦਾ ਸੀ। ਇਹੀ ਕਹਿੰਦੇ ਸੀ ਜੋੜੇ ਝਾੜਨੇ ਆਪਾਂ, ਵੱਧ ਤੋਂ ਵੱਧ ਸੰਗਤ ਦੇ ਮੈਲੇ ਕਸ਼ਹਿਰੇ ਧੋਣੇ ਆ, ਜੂਠੇ ਭਾਂਡੇ ਮਾਂਜਣੇ ਆ, ਦਰੀਆਂ ਝਾੜਨੀਆਂ। ਇਹ ਚੀਜ਼ਾਂ ਜਿਹੜੀਆਂ ਪਿੱਛੋਂ ਹੀ ਸਾਡੀ ਰਵਾਇਤ ਵਿੱਚ ਨੇ। ਮਾਤਾ ਜੀ ਨੇ ਜਿਵੇਂ ਬੇਨਤੀ ਕੀਤੀ, ਮਾਤਾ ਜੀਤ ਕੌਰ ਜੀ ਨੇ, ਨਾਮ ਮਾਤਾ ਜੀਤੋ ਜੀ ਸੀ, ਅੰਮ੍ਰਿਤ ਛਕ ਕੇ ਜੀਤ ਕੌਰ ਬਣਿਆ, ਮਾਤਾ ਜੀਤ ਕੌਰ ਜੱਜੇ ਨਾਲ। ਜਦੋਂ ਮਾਤਾ ਸੁੰਦਰ ਕੌਰ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸੋਹਣੇ ਸਾਹਿਬਜ਼ਾਦੇ ਵਿਹੜੇ 'ਚ ਖੇਡਦੇ, ਮਾਤਾ ਜੀਤ ਕੌਰ ਦੇ ਮਨ ਦਾ ਚਾਅ ਆਇਆ, ਮਹਾਰਾਜ ਮੈਨੂੰ ਵੀ ਲਾਲ ਬਖਸ਼ੋ, ਮੇਰੇ ਵਿਹੜੇ ਚਾਨਣ ਹੋਵੇ। ਉਦੋਂ ਮਹਾਰਾਜ ਨੇ ਬਚਨ ਕੀਤਾ ਸੀ ਕਿ ਲਾਲ ਲੈਣਾ ਤਾਂ ਸੰਗਤ ਦੀ ਸੇਵਾ 'ਚੋਂ ਮਿਲਣਾ, ਸਾਡੇ ਕੋਲ ਲਾਲ ਨਹੀਂ, ਸੇਵਾ 'ਚੋਂ ਮਿਲਣਾ। ਨਾਲੇ ਏਡੇ ਵੱਡੇ ਸਤਿਗੁਰੂ ਦੇਖੋ, ਕਹਿ ਸਕਦੇ ਸੀ ਚੱਲ ਸਾਡੇ ਮਹਿਲ ਨੇ ਅਸੀਂ ਸਭ ਕੁਝ ਦੇ ਸਕਦੇ, ਨਹੀਂ, ਮਰਿਆਦਾ ਭੰਗ ਨਹੀਂ ਕੀਤੀ, ਸੇਵਾ ਤੋਂ ਮੇਵਾ ਮਿਲਦਾ। ਧੰਨ ਮਾਤਾ ਜੀਤ ਕੌਰ ਜੀ ਸਵੇਰੇ ਇਸ਼ਨਾਨ ਕਰਕੇ 2 ਵਜੇ ਲੰਗਰ 'ਚ ਚਲੇ ਜਾਣਾ, ਨਿਤਨੇਮ ਕਰਨਾ, ਝਾੜੂ ਦੇਣਾ, ਤੱਪੜ ਝਾੜਨੇ, ਸਾਰਾ ਕੁਝ ਕਰਨਾ, ਲੇਪਾ ਪੋਚਾ ਕਰਕੇ ਆਟਾ ਫਿਰ ਗੁੰਨਣਾ, ਫਿਰ ਦਾਲਾਂ ਬਣਾ ਦੇਣੀਆਂ, ਪਾਣੀ ਗਰਮ ਕਰ ਦੇਣੇ, ਰਾਤ ਤੱਕ ਲੰਗਰ ਸੇਵਾ। 1 ਸਾਲ ਭਰ ਜਦੋਂ ਸੇਵਾ ਕੀਤੀ ਤਾਂ ਸਾਲ ਬਾਅਦ ਆਪੇ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਹੁਣ ਲਾਲ ਆਵੇਗਾ, ਕਿਉਂਕਿ ਸੰਗਤ ਦੀ ਸੇਵਾ ਕੀਤੀ ਹੈ। ਆ ਜਦੋਂ ਕਈ ਕਹਿੰਦੇ ਸਾਡੇ ਔਲਾਦ ਨਹੀਂ, ਉਹਨਾਂ ਨੂੰ ਜੇ ਕਹੀਏ ਗੁਰਦੁਆਰੇ ਝਾੜੂ ਦਿਓ, ਜੋੜੇ ਝਾੜੋ, ਘਿਰਨਾ ਜੀ ਮੰਨਦੇ ਨੇ। ਜਦ ਸਾਡੇ ਮਾਤਾ ਜੀ ਇੰਨੇ ਵੱਡੇ ਬ੍ਰਹਮ ਗਿਆਨੀ ਮਾਤਾ ਜੀ, ਮਾਤਾ ਜੀਤ ਕੌਰ ਨੇ ਸੇਵਾ ਕੀਤੀ, ਮਾਤਾ ਸਾਹਿਬ ਕੌਰ ਜੀ ਨੇ ਸੇਵਾ ਕੀਤੀ, ਮਾਤਾ ਸੁੰਦਰ ਕੌਰ ਜੀ ਨੇ ਸੇਵਾ ਕੀਤੀ ਹੈ, ਆਪਾਂ ਨੂੰ ਪਤਾ ਨਹੀਂ ਕਿਉਂ ਸੰਗ ਲੱਗਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਪਿਪਲੀ ਸਾਹਿਬ ਵਾਲੇ ਸਥਾਨ ਤੇ ਜਦੋਂ ਕਾਬਲ ਕੰਧਾਰ ਤੋਂ ਸੰਗਤ ਆਈ ਸੀ, ਆਪ ਪੱਖਾ ਕੀਤਾ ਰਾਤ ਨੂੰ, ਕੂਕ ਸੁੱਤੇ ਥੱਕੇ ਹੋਏ ਸੀ ਸਾਰੇ, ਆਪ ਆਪਣੇ ਗਲ ਵਾਲੇ ਪਰਨੇ ਨਾਲ ਸਾਰਿਆਂ ਦੇ ਪਿੰਜਣੀਆਂ ਲੱਤਾਂ ਤੋਂ ਝਾੜਨਾ ਕੀਤੀ ਮਿੱਟੀ। ਰਾਤ ਨੂੰ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ
ਕਿਹਾ ਤੂੰ ਪੱਖਾ ਕਰ, ਮੈਂ ਸੰਗਤਾਂ ਦੇ ਜਿਹੜਾ ਚਰਨ ਘੁੱਟ ਲਵਾਂ। ਲੱਤਾਂ ਘੁੱਟੀਆਂ ਆਪ ਸਾਰਿਆਂ ਦੀਆਂ, ਬਈ ਥੱਕੇ ਹੋਏ ਆਏ ਨੇ ਗੁਰੂ ਨਾਨਕ ਦੀ ਸੰਗਤ। ਉਹ ਖੈਰ ਬੜੀ ਨਿਮਰਤਾ ਦੀ ਇੱਕ ਗੱਲ ਹੈ, ਸੁਣ ਕੇ ਹੀ ਆਪਾਂ ਨੂੰ ਪਹਿਲਾਂ ਤਾਂ ਹੈਰਾਨਗੀ ਹੁੰਦੀ ਹੈ ਵੀ ਹੋ ਵੀ ਸਕਦਾ। ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਉਣਾ ਸੀ, ਸਿਖਾਉਣ ਵਾਸਤੇ ਹੀ ਸਾਰਾ ਕਰਮ ਕੀਤਾ ਮਹਾਰਾਜ ਜੀ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰਮੁਖ ਕਾਰ ਕਰਦੇ ਨੇ ਤੇ ਕਰਵਾਉਣੇ। ਸਤਿਗੁਰੂ ਨੇ ਕਾਰ ਗੁਰਮੁਖਾਂ ਵਾਲੀ ਕਰਕੇ ਸਾਨੂੰ ਇੱਕ ਰਸਤੇ ਪਾ ਦਿੱਤਾ ਹੈ। ਨਾਨਕ ਗੁਰਮੁਖ ਮੇਲ ਮਿਲਾਏ। ਜਿਹੜੇ ਗੁਰਮੁਖ ਨੇ ਨਾ, ਉਹ ਸਤਿਗੁਰੂ ਦੀ ਦੱਸੀ ਹੋਈ ਕਾਰ ਕਮਾ ਕੇ ਜਦੋਂ ਸੇਵਾ ਦੂਜਿਆਂ ਤੋਂ ਕਰਵਾਉਂਦੇ ਨੇ, ਆਪ ਕਰਦੇ, ਤਾਂ ਸਤਿਗੁਰੂ ਬਹੁਤ ਖੁਸ਼ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਗੁਰਮੁਖ ਵਾਹਿਗੁਰੂ ਦੇ ਮੇਲ ਵਿੱਚ ਮਿਲਾ ਦਿੰਦਾ ਹੈ। ਗੁਰਮੁਖ ਪ੍ਰਭੂ ਦੇ ਮੇਲ ਵਿੱਚ ਮਿਲਾ ਦਿੰਦਾ ਹੈ। ਕਿਉਂ? ਕਿ ਗੁਰਮੁਖ ਆਪ ਚੋਂ ਮਿਲਿਆ ਹੋਇਆ। ਬੜੀ ਤਾਕਤ ਹੁੰਦੀ ਹੈ। ਅੱਜ ਕੱਲ੍ਹ ਉਹ ਜਿਹੜੀ ਡੌਂਡੀ ਜੀ ਪਿੜਦੇ ਨੇ, ਸੰਤਾਂ ਦੇ ਵਿਰੋਧੀ ਸੰਤ ਕਦੇ ਰਹੇ ਤਾਂ ਹੈ ਨਹੀਂ ਨਾਲ, ਕਦੇ ਕੁਝ ਦੇਖਿਆ ਵੀ ਨਹੀਂ ਵਿਚਾਰਿਆਂ ਨੇ। ਠੀਕ ਹੈ, ਕੋਈ ਕਿਸੇ ਇੱਕ ਅੱਧੇ ਨੇ ਗਲਤੀ ਕਰ ਲਈ ਜਾਂ ਕੋਈ ਉਹ ਪੂਰਨ ਸੰਤ ਨਹੀਂ ਬਣ ਸਕਿਆ, ਠੀਕ ਹੈ। ਜਿੰਨਾ ਕਿਸੇ ਤੋਂ ਜ਼ੋਰ ਲੱਗਦਾ ਕੋਈ ਕਰਦਾ ਹੀ ਹੈ ਕੋਈ। ਕਿਉਂਕਿ ਸਟੂਡੈਂਟ ਪਹਿਲੀ ਕਲਾਸ ਵਾਲਾ ਵੀ ਸਟੂਡੈਂਟ ਹੈ, ਦੂਜੀ ਕਲਾਸ ਵਾਲਾ ਵੀ ਸਟੂਡੈਂਟ ਹੈ, MA ਦਾ ਵੀ ਸਟੂਡੈਂਟ ਹੈ, PhD ਵਾਲਾ ਵੀ ਸਟੂਡੈਂਟ ਹੈ, MBBS MD ਕਰਕੇ ਇੱਕ ਡਾਕਟਰ DM ਕਰਨ ਚਲਿਆ ਗਿਆ, ਫਿਰ ਉਹ ਵੀ ਸਟੂਡੈਂਟ ਬਣ ਗਿਆ। ਸਟੂਡੈਂਟ ਮਤਲਬ ਸਿੱਖ, ਸਾਰੀ ਜ਼ਿੰਦਗੀ ਆਪਾਂ ਸਿੱਖ ਹੀ ਰਹਿੰਦੇ ਹਾਂ। ਇਸੇ ਤਰ੍ਹਾਂ ਹੀ ਸੰਤ ਮਹਾਤਮਾ ਗੁਰਮੁਖ ਪਿਆਰਿਆਂ ਵਿੱਚ ਜਿੰਨੀ ਕੁ ਜ਼ੋਰ ਹੈ, ਚਲੋ ਲਾਉਂਦੇ ਨਾ, ਅੰਮ੍ਰਿਤ ਛਕਾਉਂਦੇ ਆ ਨਾ, ਬਾਣੀ ਪੜ੍ਹਦੇ ਆ। ਬਚਨ ਕਰਦਾ ਉਹਨਾਂ ਦੇ ਜਿਹੜੇ ਸੰਤ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਹੋਏ ਨੇ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਹੋਏ ਨੇ, ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਹੋਏ ਨੇ, ਹੋਰ ਬੜੇ ਮਹਾਂਪੁਰਸ਼ ਹੋਏ ਨੇ ਵੱਡੇ ਵੱਡੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਜੇ ਆਪਾਂ ਉਹਨਾਂ ਮਹਾਂਪੁਰਖਾਂ ਵੱਲ ਦੇਖੀਏ ਤਾਂ ਦੇਖੋ ਉਹਨਾਂ ਨੇ ਕਿਤਨਾ ਵੱਡਾ ਕਰਮ ਕੀਤਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਕੋਲ ਦੋ ਸਿੰਘ ਆ ਕੇ ਕਹਿੰਦੇ, ਮਹਾਰਾਜ ਇਹ ਅਵਸਥਾ ਹੁੰਦੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਹੁੰਦੀ ਹੈ ਅਵਸਥਾ ਕਿ ਵੈਸੇ ਹੀ? ਕਹਿੰਦੇ ਅੱਖਾਂ ਬੰਦ ਕਰੋ ਭਾਈ। ਜਦੋਂ ਅੱਖਾਂ ਬੰਦ ਕੀਤੀਆਂ ਤਾਂ ਉਸ ਵਕਤ ਅੱਖਾਂ ਬੰਦ ਕਰਦਿਆਂ ਕਹਿੰਦੇ ਖੋਲੋ ਭਾਈ। ਜਦੋਂ ਖੋਲੀਆਂ ਤਾਂ ਉਸ ਵਕਤ ਅੱਖਾਂ ਖੋਲਦਿਆਂ ਸਾਰ ਪ੍ਰਕਾਸ਼ ਹੀ ਪ੍ਰਕਾਸ਼ ਦਿਖਿਆ, ਆਕਾਸ਼ ਵਿੱਚ, ਧਰਤੀ ਵਿੱਚ, ਥੱਲੇ, ਉੱਪਰ। ਸੋ ਕਹਿਣ ਲੱਗੇ ਪ੍ਰਕਾਸ਼ ਦਿਖਣ ਲੱਗ ਪਿਆ। ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਦਿਖਾਇਆ ਤੁਹਾਨੂੰ। ਕਹਿਣ ਲੱਗੇ ਮਹਾਰਾਜ ਜੀ ਇਹ ਕਿਵੇਂ ਹੋ ਗਿਆ? ਕਹਿੰਦੇ ਪਿਛਲੇ ਜਨਮ ਵਿੱਚ ਤੁਹਾਡੀ ਕਮਾਈ ਤਾਂ ਪੂਰੀ ਹੋ ਗਈ, ਪਰ ਅਖੀਰ ਤੇ ਹੰਗਤਾ ਹੋ ਗਈ ਸੀ। ਉਹ ਫਿਰ ਥੋੜਾ ਜਿਹਾ ਤੁਹਾਡਾ ਰਹਿ ਗਿਆ ਸੀ ਕੰਮ। ਹੁਣ ਤੁਹਾਡਾ ਇਹ ਕਰਮ ਪੂਰਾ ਹੋਇਆ ਆ ਕੇ, ਹੁਣ ਤੁਸੀਂ ਨਿਮਰਤਾ 'ਚ ਪੁੱਛਿਆ ਭਾਈ, ਤਾਂ ਇਹ ਪੂਰਾ ਕਰ ਰਹੇ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰਮੁਖ ਜਿਹੜੇ ਹੁੰਦੇ ਨੇ ਉਹ ਆਪ ਵਾਹਿਗੁਰੂ ਵਿੱਚ ਮਿਲ ਜਾਂਦੇ ਨੇ ਤੇ ਦੂਜਿਆਂ ਨੂੰ ਮਿਲਾਉਣ ਦੀ ਸਮਰੱਥਾ ਵੀ ਰੱਖਦੇ ਨੇ। 6ਵੇਂ ਪਾਤਸ਼ਾਹ ਦੀ ਕਥਾ 'ਚ ਆਉਂਦਾ ਸੂਰਜ ਪ੍ਰਕਾਸ਼ 'ਚ ਮਹਾਰਾਜ 6ਵੇਂ ਪਾਤਸ਼ਾਹ ਕਹਿਣ ਲੱਗੇ ਕਿ ਜਦੋਂ ਬ੍ਰਹਮ ਗਿਆਨ ਵਿੱਚ ਰਤਿਆ ਹੋਇਆ ਮੇਰਾ ਬ੍ਰਹਮ ਗਿਆਨੀ ਮਹਾਂਪੁਰਸ਼ ਕੋਈ ਬਾਬਾ ਬੁੱਢਾ ਜੀ ਵਰਗਾ ਹੋਵੇ ਨਾ, ਪੂਰਨ, ਕਹਿੰਦੇ ਜੇ ਕੀੜੀ ਦੇ ਸਿਰ ਤੇ ਵੀ ਹੱਥ ਰੱਖ ਦੇਵੇ, ਭਾਵ ਹੱਥ ਉੱਪਰ ਕਰਕੇ ਜਾਂ ਨਿਗਾਹ ਨਾਲ ਤੱਕ ਦੇਵੇ, ਕਹਿੰਦੇ ਕੀੜੀ ਨੂੰ ਵੀ ਬ੍ਰਹਮ ਗਿਆਨ ਦੇ ਸਕਦਾ। ਉਹ ਇੰਨੀ ਸਮਰੱਥਾ ਦਾ ਮਾਲਕ ਹੁੰਦਾ ਮੇਰਾ ਗੁਰਸਿੱਖ ਹੋਵੇ। ਗੁਰਸਿੱਖ ਇਹ ਬੜੀਆਂ ਉੱਚੀਆਂ ਬਾਤਾਂ ਨੇ। ਸੋ ਇਸ ਕਰਕੇ ਸਾਧ ਸੰਗਤ ਜੀ ਆਓ, ਮਹਾਰਾਜ ਨੇ 36 ਪੌੜੀਆਂ ਤੱਕ ਆਪਾਂ ਨੂੰ ਇਹ ਬਖਸ਼ਿਸ਼ਾਂ ਕੀਤੀਆਂ ਨੇ। ਅੱਗੇ ਪਿਆਰ ਨਾਲ ਫੇਰ ਹੁਣ ਸ਼ਰਵਣ ਕਰਾਂਗੇ। ਅਸਲ ਚੀਜ਼ ਕੀ ਹੈ? ਨਾਮ, ਦਾਨ, ਇਸ਼ਨਾਨ ਦੱਸਿਆ ਨਾ ਕਿ ਗੁਰਮੁਖ ਨਾਮ ਜਪਦਾ, ਜਪਾਉਂਦਾ ਹੈ। ਆਪ ਜੀ ਵੀ ਨਾਮ ਜਪੋ, ਦੂਜਿਆਂ ਨੂੰ ਵੀ ਜਪਾਓ, ਆਪ ਪ੍ਰਾਪਤੀ ਕਰੋ, ਦੂਜਿਆਂ ਨੂੰ ਵੀ ਕਰਵਾਓ। ਜੇ ਸਹੀ ਮਨ ਕਰਕੇ ਚੱਲ ਪਈਏ ਤਾਂ ਕੋਈ ਮੰਜ਼ਿਲ ਔਖੀ ਨਹੀਂ, ਤੇ ਜੇ ਐਵੇਂ ਹੀ ਇਧਰੋਂ ਉਧਰੋਂ ਗੱਲਾਂ ਬਾਤਾਂ ਮਾਰੀਏ ਫਿਰ ਮੰਜ਼ਿਲਾਂ ਔਖੀਆਂ ਹੋ ਜਾਂਦੀਆਂ। ਸਹੀ ਮੰਜ਼ਿਲ ਜੇ ਧਾਰ ਕੇ ਮਨਸ਼ਾ ਚੱਲ ਪਈਏ ਤਾਂ ਉਹ ਕੰਮ ਬਣ ਹੀ ਜਾਂਦਾ। ਜੇ ਪ੍ਰਾਪਤੀ ਲਈ ਜ਼ੋਰ ਲਾ ਦਈਏ ਤਾਂ ਪ੍ਰਾਪਤੀ ਹੋ ਹੀ ਜਾਵੇਗੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।